ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਜਿੰਦ ਕੌਰ ਅਨਾਇਤ ਕੌਰ ਬੇਕਰਸਫੀਲਡ, ਮਹਿੰਦਰ ਸਿੰਘ, ਮਹਿੰਦਰ ਕੌਰ ਮੱਟੂ ਯੂਬਾ ਸਿਟੀ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 12 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ। ਇਸ ਟਾਈਮ ਖਾਸੀ ਚਰਚਿਤ ਖਬਰ ਹੈ, ਅੰਮ੍ਰਿਤਪਾਲ ਸਿੰਘ ਦੇ ਨਾਲ ਜੁੜੀ ਹੋਈ ਹੈ। ਕੋਈ ਇਸ ਖਬਰ ਦੇ ਬਾਬਤ ਕੋਈ ਟਿੱਪਣੀ ਕਰ ਰਿਹਾ, ਕੋਈ ਟਿੱਪਣੀ ਕਰ ਰਿਹਾ। ਜਿਹੜੇ ਕਾਨੂੰਨ ਦੇ ਵਿਸ਼ਲੇਸ਼ਕ ਨੇ ਉਹ ਆਪਣੇ ਤਰੀਕੇ ਦੇ ਨਾਲ ਚੀਜ਼ਾਂ ਨੂੰ ਦੱਸ ਰਹੇ ਨੇ ਵਿਸਥਾਰਪੂਰਵਕ, ਪਰ ਖਬਰ ਇਹ ਕਹਿ ਰਹੀ ਹੈ ਕਿ MP ਅੰਮ੍ਰਿਤਪਾਲ ਸਿੰਘ ਦੀ ਜਿਹੜੀ ਛੁੱਟੀ ਹੈ ਉਹ ਮਿਲੀ ਨਹੀਂ, ਮਨਜ਼ੂਰ ਹੋਈ ਹੈ ਜੀ। ਪ੍ਰਵੀਨ ਜੀ, ਅੱਜ ਤੋਂ 2 ਦਿਨ ਪਹਿਲਾਂ ਹਾਂਜੀ, ਕਮੇਟੀ ਦੇ ਹਵਾਲੇ ਨਾਲ, ਸੰਸਦੀ ਕਮੇਟੀ ਦੇ ਹਵਾਲੇ ਨਾਲ ਇਹ ਖਬਰ ਬਾਹਰ ਆਈ ਕਿ ਅੰਮ੍ਰਿਤਪਾਲ ਸਿੰਘ ਦੀ 54 ਦਿਨ ਦੀ ਛੁੱਟੀ ਮਨਜ਼ੂਰ ਹੋ ਗਈ। ਠੀਕ ਹੈ ਜੀ। ਇੰਨੀ ਕੁ ਖਬਰ ਨੂੰ ਸਾਡੇ ਸੋਸ਼ਲ ਮੀਡੀਆ ਨੇ, ਵੱਖੋ-ਵੱਖ ਅਦਾਰਿਆਂ ਨੇ ਆਪੋ ਆਪਣੀ ਸਮਝ ਬੂਝ ਅਨੁਸਾਰ ਇੰਜ ਫੈਲਾਇਆ ਕਿ ਜਿਵੇਂ ਅੰਮ੍ਰਿਤਪਾਲ ਸਿੰਘ 54 ਦਿਨਾਂ ਦੀ ਪੈਰੋਲ ਤੇ ਆ ਰਿਹਾ। ਠੀਕ ਹੈ ਜੀ। ਉਹ ਸੰਸਦ ਦੀ ਕਾਰਵਾਈ 'ਚ ਹਿੱਸਾ ਲਊਗਾ ਤੇ ਪੰਜਾਬ ਦੇ ਵਿੱਚ ਜਿਹੋ ਜਿਹਾ ਰਾਜਨੀਤਿਕ ਖਲਾਅ ਹੈ ਉਹਦੇ ਵਿੱਚੋਂ ਆਪਣੀ ਪਾਰਟੀ ਦੀ ਪੂਰਤੀ ਦੇ ਲਈ ਹੋ ਸਕਦਾ ਰੋਡ ਸ਼ੋਅ ਕੱਢੇ। 54 ਦਿਨ ਚਰਚਾ ਮਚ ਰਹੇ, ਬੈਠਕਾਂ 'ਚ ਰਹੇ ਤੇ ਲਓ ਜੀ ਪੰਜਾਬ 'ਚ ਇੱਕ ਨਵੀਂ ਲਹਿਰ ਖੜੀ ਹੋ ਜੇ, ਇਸ ਤਰ੍ਹਾਂ ਉਹਨੂੰ ਪੇਸ਼ ਕੀਤਾ। ਮਤਲਬ ਆਵਾਮ ਦੇ ਮੂਹਰੇ, ਮਤਲਬ ਉਹਨਾਂ ਦੇ ਸਮਰਥਕਾਂ ਦੇ ਮੂਹਰੇ ਮੀਡੀਆ ਨੇ ਇਸ ਤਰ੍ਹਾਂ ਪੇਸ਼ ਕਰ ਦਿੱਤਾ ਕਿ ਅੰਮ੍ਰਿਤਪਾਲ ਸਿੰਘ ਦੀ ਜਿਵੇਂ 54 ਦਿਨਾਂ ਲਈ ਪੈਰੋਲ ਮਨਜ਼ੂਰ ਹੋ ਗਈ ਹੋਵੇ ਤੇ ਉਹ ਡਿਬਰੂਗੜ੍ਹ ਜੇਲ੍ਹ ਤੋਂ ਬਾਹਰ ਆ ਕੇ ਪੰਜਾਬ 'ਚ ਵੀ ਵਿਚਰਨਗੇ ਤੇ ਸੰਸਦ ਦੀ ਕਾਰਵਾਈ 'ਚ ਵੀ ਹਿੱਸਾ ਲੈਣਗੇ। ਠੀਕ ਹੈ ਜੀ। ਉਹ ਇਸ ਲਈ ਕੋਈ ਸਪਸ਼ਟਤਾ ਨਹੀਂ ਸੀਗੀ ਕਿਸੇ ਕੋਲ ਤੇ ਉਹਨਾਂ ਨੇ ਉਹਦੇ ਇਸ ਲਾਈਨ ਦੇ ਅਰਥ ਕਿ 54 ਦਿਨਾਂ ਦੀ ਛੁੱਟੀ ਮਨਜ਼ੂਰ ਹੈ ਸੰਸਦੀ ਕਮੇਟੀ ਵੱਲੋਂ, ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ। ਫਿਰ ਜਦੋਂ ਇਹਦੀ ਪੜਚੋਲ 'ਚ ਆਇਆ ਗਿਆ, ਖਾਸ ਕਰਕੇ ਕੱਲ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਸੀ, ਜਿਹੜੀ ਪਟੀਸ਼ਨ ਅੰਮ੍ਰਿਤਪਾਲ ਸਿੰਘ ਹੋਰਾਂ ਨੇ ਉਹਨਾਂ ਦੇ ਵਕੀਲਾਂ ਵੱਲੋਂ ਪਾਈ ਗਈ ਸੀ ਕਿ ਵੀ ਅਸੀਂ ਚੁਣੇ ਹੋਏ ਨੁਮਾਇੰਦੇ ਹਾਂ, ਸੋ ਸਾਨੂੰ ਆਪਣੇ ਹਲਕੇ ਦੇ ਲੋਕਾਂ ਦੀ ਗੱਲ ਰੱਖਣ ਦਾ ਅਧਿਕਾਰ ਹੈ, ਸਾਨੂੰ ਸੰਸਦ 'ਚ ਹਿੱਸਾ ਲੈਣ ਦਿੱਤਾ ਜਾਵੇ ਤੇ ਮੇਰੀ ਉੱਥੇ ਮੈਂਬਰੀ ਖਤਰੇ 'ਚ ਹੈ। ਜੇਕਰ ਮੈਂ ਗੈਰ ਹਾਜ਼ਰ ਰਹਿਣਾ 60 ਦਿਨ ਤਾਂ ਮੈਂਬਰੀ ਜਾ ਸਕਦੀ ਹੈ ਤੇ ਇਹ ਮੈਂਬਰੀ ਦਾ ਇਕੱਲਾ ਮਸਲਾ ਮੇਰਾ ਨਹੀਂ, ਉਸ ਖਡੂਰ ਸਾਹਿਬ ਹਲਕੇ ਦੇ ਲੋਕਾਂ ਦਾ ਮਸਲਾ, ਜਿਨ੍ਹਾਂ ਨੇ ਮੈਨੂੰ ਚੁਣ ਕੇ ਭੇਜਿਆ, ਉਹਨਾਂ ਦੇ ਹੱਕ ਹਕੂਕ ਦੀ ਗੱਲ ਕਦੋਂ ਕਰਾਂਗਾ। ਉਹਨਾਂ ਨੇ ਨਾਲ ਫਿਰ ਜਿਹੜਾ MP ਲੈਂਡ ਫੰਡ ਹੁੰਦਾ ਉਹਦੀ ਵੀ ਗੱਲ ਕੀਤੀ ਕਿ ਉਹ ਮੈਨੂੰ ਅਜੇ ਤੱਕ ਅਲਾਟ ਨਹੀਂ ਹੋਇਆ, ਮੈਂ ਆਪਣੇ ਹਲਕੇ ਦੇ ਲੋਕਾਂ ਦੇ ਕੁਝ ਕੰਮ ਕਰਨੇ ਨੇ। ਸੋ ਇਹ ਸਾਰੇ ਮਸਲੇ ਉਹਦੇ ਵਿੱਚ ਵੀ ਵਿਚਾਰਦੇ ਸੀ ਜੀ। ਉੱਥੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ 'ਚ ਸੁਣਵਾਈ ਜਿੱਦਾਂ ਹੀ ਸ਼ੁਰੂ ਹੋਈ, ਕੇਂਦਰ ਦੇ ਜਿਹੜੇ ਵਕੀਲ ਸੀਗੇ ਸਤਪਾਲ ਜੈਨ, ਉਹਨਾਂ ਨੇ ਲਿਆ ਕੇ ਰਿਪੋਰਟ ਰੱਖਤੀ ਕਿ ਜੀ ਜਿਹੜੀ 15 ਮੈਂਬਰੀ ਸੰਸਦੀ ਕਮੇਟੀ ਬਣੀ ਸੀ, 5 ਜਣਿਆਂ ਦੇ ਮਾਮਲੇ ਸੀਗੇ ਜਿਹੜੇ ਇਸ ਤਰ੍ਹਾਂ ਵੱਖ-ਵੱਖ ਜੇਲ੍ਹਾਂ ਦਾ ਮਾਮਲਾ ਸੀ, ਜਿਨ੍ਹਾਂ 'ਚੋਂ ਸ਼ਾਇਦ ਇੱਕ ਹੁਣ ਇਸ ਦੁਨੀਆ 'ਚ ਨਹੀਂ ਰਹੇ। ਉਹਨਾਂ 'ਚ 4 MP ਨੇ ਜਿਨ੍ਹਾਂ ਦਾ ਇਹ ਮਾਮਲਾ ਸੀ, ਸੋ ਜਿਨ੍ਹਾਂ 'ਚੋਂ ਅੰਮ੍ਰਿਤਪਾਲ ਸਿੰਘ ਵੀ ਨੇ, ਕਿ ਉਹਨਾਂ ਦੀ ਸੰਸਦੀ ਕਮੇਟੀ ਨੇ ਛੁੱਟੀ ਮਨਜ਼ੂਰ ਕਰ ਲਈ ਹੈ ਤੇ ਜੀ ਅਸੀਂ ਆਪਣੇ ਸਪੀਕਰ ਸਾਹਿਬ ਨੂੰ ਇਤਲਾਹ ਕਰ ਦਿੱਤਾ ਤੇ ਰਿਪੋਰਟ ਪੰਜਾਬ ਹਰਿਆਣਾ ਹਾਈ ਕੋਰਟ 'ਚ ਤੁਹਾਨੂੰ ਵੀ ਸੌਂਪ ਰਹੇ ਹਾਂ। ਠੀਕ ਹੈ ਜੀ। ਇਸ ਤੋਂ ਬਾਅਦ ਮਾਨਯੋਗ ਜੱਜ ਸਾਹਿਬ ਨੇ ਕਿਹਾ ਵੀ ਠੀਕ ਹੈ, ਅੰਮ੍ਰਿਤਪਾਲ ਸਿੰਘ ਹੋਰਾਂ ਦੇ ਵਕੀਲਾਂ ਦੇ ਹਵਾਲੇ ਨਾਲ ਕਿਹਾ ਕਿ ਵੀ ਤੁਹਾਡੀ ਮੰਗ ਇਹੀ ਸੀ ਕਿ ਤੁਹਾਡੀ ਮੈਂਬਰੀ ਖਤਰੇ 'ਚ ਮੈਂਬਰੀ ਬਚ ਗਈ ਤੇ ਬਾਕੀ ਜਿਹੜੇ ਤੁਹਾਡੇ MP ਲੈਂਡ ਫੰਡ ਵਾਲੇ ਮਸਲੇ ਹੈ ਜਾਂ ਹੋਰ ਸਾਰੇ ਪਹਿਲੂ ਹੈ, ਉਹ ਕੰਮ ਕਹਿੰਦੇ ਸਪੀਕਰ ਸਾਹਿਬ ਨੇ ਦੇਖਣਾ, ਉੱਥੇ ਜਾ ਕੇ ਅਪੀਲ ਕਰੋ। ਠੀਕ ਹੈ, ਅਦਾਲਤ ਵਾਲਾ ਮਸਲਾ ਤੁਹਾਡਾ ਨਿਬੜ ਗਿਆ, ਜਿਹੜਾ ਤੁਸੀਂ ਮੇਨ ਮੈਂਬਰੀ ਬਚਾਉਣ ਲਈ ਸੀ। ਹੁਣ ਇਹ ਤੋਂ ਸਪਸ਼ਟ ਹੋਇਆ ਫਿਰ
ਕਿ ਅਮਰਤਪਾਲ ਸਿੰਘ ਨੂੰ ਛੁੱਟੀ ਮਿਲੀ ਨਹੀਂ, ਉਹਦੀ ਛੁੱਟੀ ਮਨਜ਼ੂਰ ਹੋਈ ਹੈ। ਮਤਲਬ ਉਹਨਾਂ ਦੀ ਐਬਸੈਂਟ ਹੁਣ ਲੀਵ 'ਚ ਬਦਲ ਗਈ ਹੈ ਬਸ। ਜੇ 54 ਦਿਨ ਉਹ ਗੈਰ ਹਾਜ਼ਰ ਰਹਿੰਦੇ ਨੇ, 54 ਤੋਂ 6 ਦਿਨ ਹੋਰ ਰਹਿ ਗਏ ਸੀ, 54 ਦਿਨ ਤਾਂ ਹੋ ਗਏ ਸੀ ਗੈਰ ਹਾਜ਼ਰੀ। ਹਾਂਜੀ ਹਾਂਜੀ। ਤੇ ਜੇ 6 ਦਿਨ ਹੋਰ ਗੈਰ ਹਾਜ਼ਰ ਰਹਿੰਦੇ ਤਾਂ ਉਹ 60 ਦਿਨ ਦੀ ਗੈਰ ਹਾਜ਼ਰੀ ਦੇ ਨਾਲ ਉਹਨਾਂ ਦੀ ਮੈਂਬਰੀ ਜਾ ਸਕਦੀ ਸੀ। ਜੇ ਉਹ ਚਾਹੁੰਦੇ ਸੰਸਦ ਤਾਂ ਉਹਨਾਂ ਦੀ ਮੈਂਬਰੀ ਰੱਦ ਹੋ ਸਕਦੀ ਸੀ। ਸੋ ਮਾਣਯੋਗ ਅਦਾਲਤ ਦੇ ਵਿੱਚ ਕਮੇਟੀ ਨੇ ਇਹ ਇਤਲਾਹ ਕੀਤੀ ਹੈ ਕਿ ਅਸੀਂ 15 ਮੈਂਬਰੀ ਕਮੇਟੀ ਨੇ ਫੈਸਲਾ ਕੀਤਾ ਕਿ ਉਹਨਾਂ ਦੀ ਗੈਰ ਹਾਜ਼ਰੀ ਨੂੰ ਛੁੱਟੀ 'ਚ ਬਦਲ ਦਿੱਤਾ ਜਾਵੇ ਜੀ। ਤੋ ਹੁਣ ਉਹ ਜਿਹੜੀ ਗੈਰ ਹਾਜ਼ਰੀਆਂ ਲਿਖੀਆਂ ਜਾ ਰਹੀਆਂ ਸੀਗੀਆਂ, ਜਿੱਥੇ ਐਬਸੈਂਟ ਲਿਖਿਆ ਜਾ ਰਿਹਾ ਸੀ, ਉੱਥੇ ਲੀਵ ਲਿਖ ਦਿੱਤਾ ਗਿਆ, ਸਮਝ ਲਓ ਕਿ ਜੋ ਛੁੱਟੀ ਤੇ ਚੱਲ ਰਹੇ ਨੇ। ਸੋ ਇਸ ਲਈ ਉਹ ਛੁੱਟੀ ਮਨਜ਼ੂਰ ਹੋਣ ਦਾ ਮਤਲਬ ਹੁਣ ਮੈਂਬਰੀ ਖਤਰੇ 'ਚ ਨਹੀਂ ਹੈ, ਪਰ ਇਹਦਾ ਅਰਥ ਇਹ ਬਿਲਕੁਲ ਵੀ ਨਹੀਂ ਹੈਗਾ ਕਿ ਉਹਨਾਂ ਨੂੰ ਡਿਪਟੀ ਜੇਲ੍ਹ ਤੋਂ ਬਾਹਰ ਲਿਆਂਦਾ ਜਾ ਰਿਹਾ, ਜਾਂ ਉਹਨਾਂ ਨੂੰ ਸੰਸਦ 'ਚ ਲਿਆਂਦਾ ਜਾ ਰਿਹਾ, ਜਾਂ ਉਹਨਾਂ ਨੂੰ ਪੰਜਾਬ ਵਿੱਚ ਉਹਨਾਂ ਨੂੰ ਪੈਰੋਲ ਦਿੱਤੀ ਜਾ ਰਹੀ ਹੈ। ਇਹ ਬਿਲਕੁਲ ਨਹੀਂ ਹੈ। ਇਹਦੇ ਲਈ ਹੋ ਸਕਦਾ ਉਹਨਾਂ ਨੂੰ ਵੱਖਰੀਆਂ ਚਾਰਜੀਆਂ ਕਰਨੀਆਂ ਪੈਣ ਅਜੇ ਹੋਰ। ਸੋ ਪਰ ਬਾਕੀ ਮਾਮਲਿਆਂ ਨੂੰ ਫਿਰ ਕੋਰਟ ਨੇ ਵੀ ਕਹਿਤਾ ਕਿ ਇਹ ਸਾਡੇ ਅਧਿਕਾਰ ਖੇਤਰ ਦੇ ਨੇਗੇ, ਸਪੀਕਰ ਸਾਹਿਬ ਦੇ, ਲੋਕ ਸਭਾ ਸਪੀਕਰ ਸਾਹਿਬ ਕੋਲ ਜਾਓ, ਉਹ ਤੈਅ ਕਰਨਗੇ। ਸੋ ਹੋ ਸਕਦਾ ਹੁਣ ਨਵੀਂ ਐਪਲੀਕੇਸ਼ਨ ਉੱਥੇ ਜਾਵੇ, ਉਹ MP ਲੈਂਡ ਫੰਡ ਨੂੰ ਵੀ ਹੋਵੇ, ਉਹ ਆਪਣੇ ਹਲਕੇ ਦੇ ਮੁੱਦੇ ਚੁੱਕਣ ਨੂੰ ਲੈ ਕੇ ਵੀ ਹੋਵੇ, ਕਿਉਂਕਿ ਚੁਣੇ ਨੁਮਾਇੰਦੇ ਦੀ ਇਹ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ। ਸੋ ਉਸ ਪ੍ਰਕਿਰਿਆ ਲਈ ਅੱਗੇ ਕਿਵੇਂ ਵਧਿਆ ਜਾਂਦਾ, ਇਹ ਆਉਣ ਵਾਲਾ ਸਮਾਂ ਦੱਸੂਗਾ। ਸੋ ਫਿਲਹਾਲ ਇਹ ਭਰਮ ਭੁਲੇਖੇ ਜਿਹੜੇ ਪੈ ਗਏ ਸੀਗੇ ਜਾਂ ਪਾਏ ਗਏ ਜਾਣਬੁੱਝ ਕੇ, ਹੈ ਨਾ, ਜਾਂ ਨਾ ਸਮਝੀ ਚੋਂ ਪਾਏ ਗਏ, ਉਹਨਾਂ ਦੀ ਸਪਸ਼ਟਤਾ ਇਹੀ ਹੈ ਕਿ ਭਾਈ ਅਮਰਤਪਾਲ ਸਿੰਘ ਹੋਰਾਂ ਦੀ ਛੁੱਟੀ ਮਨਜ਼ੂਰ ਹੋਈ ਹੈ, ਛੁੱਟੀ ਮਿਲੀ ਨਹੀਂ। ਜੀ ਬਿਲਕੁਲ। ਦੇਖੋ, ਜਦੋਂ ਕਾਨੂੰਨੀ ਚੀਜ਼ਾਂ ਦਾ ਜਿਹੜਾ ਉਹ ਪੂਰਾ ਜਿਹੜਾ ਵਿਸਥਾਰ ਪੂਰਵਕ ਵਿਸ਼ਲੇਸ਼ਣ ਨਾ ਕੀਤਾ ਜਾਵੇ ਤਾਂ ਉਦੋਂ ਕਾਹਲੀ ਦੇ ਵਿੱਚ ਜਦੋਂ ਆਪਾਂ ਚੀਜ਼ਾਂ ਫੈਲਾਉਣੇ ਆ ਤਾਂ ਉਹਨਾਂ ਦੇ ਮਹੀਨੇ ਬਦਲ ਜਾਂਦੇ। ਹੁਣ ਕਿੱਥੇ 2 ਦਿਨਾਂ ਦੀ ਖਬਰ ਸੀਗੀ, ਆਪਾਂ ਵੀ ਕਰ ਸਕਦੇ ਸੀ। ਹਾਂਜੀ ਜਦੋਂ ਸਪਸ਼ਟ ਹੀ ਨਹੀਂ ਸੀ ਕੋਈ ਗੱਲ, ਆਪਾਂ ਆਪਣੇ ਦਰਸ਼ਕਾਂ ਨੂੰ ਕਿਉਂ ਕੋਈ ਗਲਤ ਜਾਣਕਾਰੀ ਦਈਏ। ਨਾਲੇ ਇਹਦੇ ਨਾਲ ਇਹ ਵੀ ਹੈ ਨਾ ਸ਼ਰਮਾ ਜੀ, ਕਿ ਤਕਨੀਕੀ ਤੌਰ ਤੇ ਉਹਨਾਂ ਦੀ ਮੈਂਬਰਸ਼ਿਪ ਬਚੀ ਹੈ। ਬਾਹਰ ਆਉਣਾ ਜਾਂ ਹੋਰ ਚੀਜ਼ਾਂ ਉਹ ਬਾਅਦ ਦੇ ਵਿੱਚ ਨੇ, ਉਹ ਹਲੇ ਸਵਾਲੀਆ ਨਿਸ਼ਾਨ ਖੜਾ ਹੈ ਉਹਨਾਂ ਚੀਜ਼ਾਂ ਦੇ ਉੱਤੇ। ਬਿਲਕੁਲ ਜੀ। ਉਧਰ ਗੱਲ ਕਰੀਏ ਟਕਸਾਲ ਵਾਲੇ ਹਰਨਾਮ ਸਿੰਘ ਧੂਮਾ ਜੀ ਦੇ ਬਾਰੇ, ਉਹਨਾਂ ਨੇ ਦੱਸਦੇ ਕਿ ਪਿਛਲੇ ਦਿਨਾਂ ਦੇ ਵਿੱਚ ਖਾਸੀਆਂ ਚਰਚਾਵਾਂ ਦੇ ਵਿੱਚ, ਖਬਰਾਂ ਦੇ ਵਿੱਚ ਰਹੇ ਨੇ। ਹੁਣ ਜਿਹੜਾ ਤਾਜ਼ਾ ਜਿਹੜਾ ਪੰਥਕ ਸੰਕਟ ਆਪਣੇ ਸਾਹਮਣੇ ਖੜਾ ਹੈ, ਇਸ ਦੇ ਬਾਬਤ ਵੀ ਉਹਨਾਂ ਨੇ ਖਾਸੀ ਵੱਡੀ ਟਿੱਪਣੀ ਕਰ ਦਿੱਤੀ ਹੈ। ਕਹਿੰਦੇ ਬਾਬਾ ਧੂਮਾ ਪਾਉਣ ਦੇ ਲਈ ਤਿਆਰ ਹੈ ਤੇ ਪੰਥਕ ਇਕੱਠ ਕੋਈ ਸੱਦ ਲਿਆ ਜੀ। ਪ੍ਰਵੀਨ ਜੀ, ਬਾਬਾ ਹਰਨਾਮ ਸਿੰਘ ਖਾਲਸਾ ਮੁਖੀ ਦਮਦਮੀ ਟਕਸਾਲ, ਹਾਂਜੀ, ਜਿਨ੍ਹਾਂ ਨੂੰ ਮਤਲਬ ਸਾਰੇ ਬਾਬਾ ਹਰਨਾਮ ਸਿੰਘ ਧੂਮਾ ਦੇ ਨਾਮ ਨਾਲ ਹੀ ਜਾਣਦੇ ਨੇ। ਹਾਂਜੀ। ਤੋ ਬਿਲਕੁਲ ਸਾਰਿਆਂ ਨੂੰ ਪਤਾ ਹੈ ਜਦੋਂ ਉਹਨਾਂ ਦੀ ਨਿਯੁਕਤੀ ਹੁੰਦੀ ਹੈ, ਕਿਵੇਂ ਅਮਰੀਕਾ ਤੋਂ ਲਿਆ ਕੇ ਉਹਨਾਂ ਦੀ ਦਸਤਾਰਬੰਦੀ ਕੀਤੀ ਜਾਂਦੀ ਹੈ। ਸੋ ਪਰ ਦਮਦਮੀ ਟਕਸਾਲ ਦਾ ਆਪਣਾ ਇੱਕ ਇਤਿਹਾਸ ਹੈ, ਆਪਣਾ ਇੱਕ ਪਿਛੋਕੜ ਹੈ ਜੀ, ਆਪਣੀ ਇੱਕ ਦੇਣ ਹੈ ਪੰਥਕ ਕਾਰਜਾਂ ਦੇ ਵਿੱਚ। ਸੋ ਉਸ ਨੂੰ ਤਾਂ ਅਣਦੇਖਿਆ ਨਹੀਂ ਕੀਤਾ ਜਾ ਸਕਦਾ। ਮੌਜੂਦਾ ਸਥਿਤੀ ਦੇ ਵਿੱਚ ਹਰਨਾਮ ਸਿੰਘ ਧੂਮਾ ਹੋਰਾਂ ਦੀ ਅਗਵਾਈ ਦੇ ਵਿੱਚ ਲਗਭਗ ਟਕਸਾਲ ਬਾਦਲਾਂ ਦੇ ਹੱਕ 'ਚ ਭੁਗਤਦੀ ਰਹੀ ਹੈ, ਬਾਦਲਾਂ ਦੇ ਨਾਲ ਖੜੀ ਨਜ਼ਰ ਆਉਂਦੀ ਹੈ। ਜਦੋਂ ਬਾਦਲ ਦਲ ਤੇ ਕੋਈ ਭੀੜ ਪਈ ਹੈ ਤਾਂ ਬਾਬਾ ਧੂਮਾ ਜਾਂ ਇਹਨਾਂ ਦੇ ਸਾਥੀ ਨਾਲ ਖੜਦੇ ਰਹੇ ਨੇ, ਸੰਤ ਸਮਾਜ ਦੇ ਰੂਪ ਦੇ ਵਿੱਚ ਨਾਲ ਨਜ਼ਰ ਆਉਂਦੇ ਰਹੇ ਨੇ। ਪਰ ਪਿਛਲੇ ਕੁਝ ਸਮੇਂ ਤੋਂ ਉਹਨਾਂ ਨੇ ਵੀ ਇਹਨਾਂ ਤੋਂ ਲਗਭਗ ਜਿਵੇਂ ਦੂਰੀ ਬਣਾ ਲਈ ਸੀ, ਜਾਂ ਆਪਾਂ ਸਿੱਧਾ ਜੇ ਕਹੀਏ ਤਾਂ ਇਹ ਵੀ ਕਹਿ ਲਈਏ ਕਿ ਬੀਜੇਪੀ ਦੇ ਨੇੜੇ ਹੋ ਗਏ ਸੀ ਖਾਸੇ। ਸੋ ਉਹਨਾਂ ਦੀ ਮਹਾਰਾਸ਼ਟਰ 'ਚ ਫੇਰੀ, ਬੀਜੇਪੀ ਦੇ ਮਤਲਬ ਉਮੀਦਵਾਰਾਂ ਲਈ ਵੋਟਾਂ ਮੰਗਣੀਆਂ, ਫਿਰ RSS ਜਿਹੜੀ ਰਾਸ਼ਟਰੀ ਸਿੱਖ ਸੰਗਤ ਇਹਨਾਂ ਦੀ, ਉਹਦਾ ਨਾਮ ਵੀ RSS ਹੈ ਨਾ। ਸੋ ਰਾਸ਼ਟਰੀ ਸਿੱਖ ਸੰਗਤ ਦੇ ਨਾਲ ਹਾਲ ਹੀ 'ਚ ਮੁਲਾਕਾਤਾਂ ਕਿ ਉਹਨਾਂ ਦੇ ਸਿੱਖਾਂ ਦੇ ਉੱਥੋਂ ਦੇ ਮਸਲੇ RSS ਤੋਂ ਜਾਂ ਬੀਜੇਪੀ ਤੋਂ ਹੱਲ ਕਰਾ ਰਿਹਾ। ਸੋ ਉਹ ਸਾਰੀਆਂ ਕੋਸ਼ਿਸ਼ਾਂ ਨੇ ਇਹ ਦ੍ਰਿਸ਼ ਪੈਦਾ ਕੀਤਾ ਕਿ ਧੂਮਾ ਹੋਰੀ ਤਾਂ ਬੀਜੇਪੀ ਦੇ ਨੇੜੇ ਜਾ ਰਹੇ ਨੇ। ਹਾਂਜੀ ਹਾਂਜੀ। ਉਹ ਸਾਰੀ ਪ੍ਰਕਿਰਿਆ ਚੱਲ ਰਹੀ ਸੀ ਕਿ ਇੱਧਰ 2 ਦਸੰਬਰ ਤੋਂ ਬਾਅਦ ਜੋ ਅਕਾਲੀ ਦਲ ਤੋਂ ਲੈ ਕੇ ਪੰਥਕ ਵਿਹੜੇ 'ਚ ਸੰਕਟ ਖੜਾ ਹੋਇਆ, ਹਾਂਜੀ, ਉਸ ਮਸਲੇ ਤੇ ਹੁਣ ਜਦੋਂ ਨਵੇਂ ਜਥੇਦਾਰ ਲਾਏ ਗਏ, ਪੁਰਾਣੇ ਹਟਾਏ ਗਏ, ਉਹਨਾਂ ਦੀ ਨਿਯੁਕਤੀ ਦਾ ਮਸਲਾ ਆਇਆ, ਉਹਨਾਂ ਦੀ ਫਿਰ ਤਾਜਪੋਸ਼ੀ ਦਾ ਮਸਲਾ ਆਇਆ, ਉਹ ਤੋਂ ਬਾਅਦ ਇਹ ਸਵਾਲ ਖੜਾ ਹੋ ਗਿਆ ਕਿ ਰੋਹ ਰੀਤਾਂ ਦਾ, ਰਵਾਇਤਾਂ ਦਾ, ਸਿਧਾਂਤਾਂ ਦਾ ਕਿਤੇ ਵੀ ਪਾਲਣ ਨਹੀਂ ਹੋਇਆ। ਤੇ ਉਹ ਤੋਂ ਬਾਅਦ ਦਮਦਮੀ ਟਕਸਾਲ ਨੇ ਵੀ ਫਿਰ ਫੈਸਲਾ ਕਰ ਲਿਆ। ਉਹਨਾਂ ਨੇ ਵੀ ਕਹਿਤਾ ਕਿ ਸਾਨੂੰ ਇਹ ਮਨਜ਼ੂਰ ਨਹੀਂ ਗਾ, ਇਹ ਮਰਿਆਦਾ ਦਾ ਘਾਣ ਹੈ ਜੀ। ਨਿਹੰਗ ਜਥੇਬੰਦੀਆਂ ਦਾ ਖੁੱਲ ਕੇ ਨਿੱਤਰ ਕੇ ਆ ਗਈਆਂ ਸੀਗੀਆਂ। ਸੋ ਉਸ ਸਾਰੀ ਪ੍ਰਕਿਰਿਆ ਦੇ ਤਹਿਤ ਹੁਣ ਜਿਸ ਤਰ੍ਹਾਂ ਦਾ ਖਲਾ ਚੱਲ ਰਿਹਾ ਹੈ, ਕਿਉਂਕਿ ਮੈਂ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਸੁਣ ਰਿਹਾ, ਉਹ ਲਗਾਤਾਰ ਜਿੱਥੇ ਜਿੱਥੇ ਜਾ ਰਹੇ ਨੇ ਉੱਥੇ ਇਸ ਗੱਲ ਦੀ ਗੱਲ ਕਰ ਰਹੇ ਨੇ ਕਿ ਬਿਲਕੁਲ ਮਰਿਆਦਾ ਅਨੁਸਾਰ ਨਹੀਂ ਹੋਇਆ। ਕੱਲ ਤੋਂ ਇਹ ਵੀ ਕਹਿ ਰਹੇ ਸੀ ਕਿ ਭਾਈ SGPC ਦਾ ਕੰਮ ਸਿੱਖ ਸਿਧਾਂਤਾਂ ਦਾ ਪਾਲਣ ਕਰਨਾ, ਸਿੱਖ ਮਰਿਆਦਾ ਦਾ ਪਾਲਣ ਕਰਨਾ, ਸਿੱਖੀ ਦੇ ਪ੍ਰਚਾਰ ਪ੍ਰਸਾਰ 'ਚ ਰੋਲ ਨਿਭਾਉਣਾ, ਨਾ ਕਿ ਸਿਰਫ ਗੋਲ ਖੇਡਣਾ। ਸੋ ਉਹਨਾਂ ਨੇ ਉਹ ਵੀ ਖਾਸੀ ਸਖਤ ਟਿੱਪਣੀਆਂ ਕਰ ਰਹੇ ਨੇ। ਪਰ ਇੱਧਰ ਹੋਲਾ ਮਹੱਲਾ ਜੀ, ਤੇ ਉਸ ਦੇ ਉੱਤੇ ਵੱਡਾ ਸੰਗਤ ਦਾ ਆਉਣਾ ਹੀ ਆਉਣਾ ਹੈ। ਸੰਗਤ ਦਾ ਆਪ ਮੁਹਾਰੇ ਆਮਦ ਹੁੰਦੀ ਹੈ।
ਹਾਂਜੀ ਇਹਦੇ ਵਿੱਚ ਹਰਨਾਮ ਸਿੰਘ ਧੂਮਾ ਹੋਰਾਂ ਦਾ ਵੀ ਉੱਥੇ ਡੇਰਾ ਹੈਗਾ। ਸੋ ਜਿੱਥੇ ਅਕਸਰ ਮਤਲਬ ਵਿਚਾਰਾਂ ਵੀ ਹੁੰਦੀਆਂ ਹੈ ਨਾ, ਪੰਥਕ ਦੀਵਾਨ ਵੀ ਸਜਦੇ ਆ, ਪਰ ਇਸ ਵਾਰ ਉੱਥੇ ਪੰਥਕ ਇਕੱਠ ਰੱਖਿਆ ਬਾਬਾ ਹਰਨਾਮ ਸਿੰਘ ਧੂਮਾ ਨੇ। ਠੀਕ ਔਰ ਹੈ ਉਹਦੇ ਪਿੱਛੇ ਕਾਰਨ ਸਿੱਧਾ ਸਿੱਧਾ ਆ ਤਾਜੀ ਘਟਨਾ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਹਟਾਉਣ ਦੀ, ਤੇ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੂੰ ਤੇ ਬਾਬਾ ਟੇਕ ਸਿੰਘ ਧਨੌਲਾ ਹੋਰਾਂ ਨੂੰ ਜਥੇਦਾਰ ਲਾਉਣ ਦੀ, ਠੀਕ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਸੇਵਾ ਸੰਭਾਲ ਦੀ। ਇਸ ਰੋਸੇ ਵਜੋਂ ਜਾਂ ਇਸ ਢੰਗ ਤਰੀਕੇ ਵਜੋਂ ਜਾਂ ਸ਼੍ਰੋਮਣੀ ਕਮੇਟੀ ਤੇ ਬਾਦਲ ਦਲ ਵੱਲੋਂ 2 ਤਰੀਕ ਦੇ ਫੈਸਲੇ ਮੰਨਣ ਦੀ ਪ੍ਰਕਿਰਿਆ 'ਚ ਨਿਭਾਈ ਜਾ ਰਹੀ ਮਤਲਬ ਭੂਮਿਕਾ ਵਜੋਂ ਇਹ ਸਾਰੇ ਮਸਲਿਆਂ ਨੂੰ ਬਾਚਣ ਦੇ ਲਈ ਬਾਬਾ ਹਰਨਾਮ ਸਿੰਘ ਧੂਮਾ ਹੋਰਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ 14 ਤਰੀਕ ਨੂੰ ਵੱਡਾ ਪੰਥਕ ਇਕੱਠ ਸੱਦ ਲਿਆ। ਠੀਕ ਹੈ ਪ੍ਰਵੀਨ ਜੀ, ਇੱਕ ਤਾਂ ਇਹਨਾਂ ਦੇ ਸੱਦੇ ਦੇ ਉੱਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ, ਸੰਗਠਨਾਂ ਦੇ ਨੁਮਾਇੰਦੇ, ਹੋਰ ਸੰਪਰਦਾਵਾਂ ਦੇ ਨੁਮਾਇੰਦੇ ਹੈ ਨਾ, ਉਹ ਸਾਰੇ ਆਉਣਗੇ। ਉਹ ਤੋਂ ਬਿਨਾਂ ਇਹਨਾਂ ਦੀ ਆਪਣੀ ਜਿਹੜੀ ਸੰਸਥਾ ਦੇ ਮੈਂਬਰ ਨੇ ਜਾਂ ਜਿੰਨੇ ਨੁਮਾਇੰਦੇ ਨੇ ਉਹ ਸਾਰੇ ਪਹੁੰਚਣਗੇ। ਹਾਂਜੀ, ਤੇ ਇਹ ਇਸੇ ਤਰ੍ਹਾਂ ਜਦੋਂ ਉੱਥੇ ਨਾ ਦੀਵਾਨ ਸਜਦੇ ਨੇ ਤਾਂ ਉਹਦੇ ਵਿੱਚ ਵੈਸੇ ਸੰਗਤ ਆਉਂਦੀ ਹੈ, ਹੋਲੇ ਮਹੱਲੇ ਕਰਕੇ ਵੈਸੇ ਹੀ ਸੰਗਤ ਵੱਡੀ ਆਈ ਹੋਣੀ ਆ। ਸੋ ਇਸ ਲਈ ਉਹ ਇਹ ਆਪਣਾ ਸ਼ਕਤੀ ਪ੍ਰਦਰਸ਼ਨ ਵੀ ਦਿਖਾ ਲੈਣਗੇ ਉਸ ਇਕੱਠ ਦੇ ਵਿੱਚ, ਤੇ ਇਹ ਵੀ ਦਿਖਾਉਣ ਦੀ ਕੋਸ਼ਿਸ਼ ਕਰਨਗੇ ਕਿ ਇਸ ਮਸਲੇ ਤੇ ਅਸੀਂ ਪਹਿਲਾਂ ਲੀਡ ਕੀਤੀ ਆ, ਅਸੀਂ ਪਹਿਲ ਕਦਮੀ ਕੀਤੀ ਆ। ਸੋ ਕੁਝ ਧਿਰਾਂ ਮੰਨ ਕੇ ਚੱਲ ਰਹੀਆਂ ਕਿ ਇਹਦੇ ਪਿੱਛੇ ਬੀਜੇਪੀ ਦਾ ਡਿਜ਼ਾਈਨ ਹੈ। ਠੀਕ ਹੈ, ਕਿ ਇਹ ਇਸ ਲਈ ਕਿ ਕਿਉਂਕਿ ਪਹਿਲਾਂ ਵੀ ਹੈ ਨਾ ਕਿ ਸਿੱਖ ਮਸਲਿਆਂ 'ਚ, ਸਿੱਖ ਸੰਗਠਨਾਂ 'ਚ ਬੀਜੇਪੀ ਕਿਸੇ ਨਾ ਕਿਸੇ ਬੂਹੇ ਦਾਖਲ ਹੋਣਾ ਚਾਹੁੰਦੀ ਹੈ। ਸੋ ਇਹ ਗੱਲ ਅਕਾਲੀ ਦਲ ਬਾਦਲ ਧਿਰ ਵੀ ਲਗਾਤਾਰ ਕਹਿ ਰਿਹਾ ਜੀ ਕਿ ਇਹ ਸਾਰਾ ਕੁਝ ਜੀ RSS ਕਰਾ ਰਹੀ ਹੈ, ਬੀਜੇਪੀ ਕਰਾ ਰਹੀ ਹੈ, ਤੇ ਇਹਦੇ ਨਾਲ ਵੀ ਉਹ ਤਾਂ ਗਿਆਨੀ ਹਰਪ੍ਰੀਤ ਸਿੰਘ ਦੇ ਵੀ ਉਂਗਲ ਧਰਦੇ ਰਹੇ ਨੇ, ਹੈਨਾ। ਇਹ ਸਾਰੀ ਪ੍ਰਕਿਰਿਆ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿ ਰਹੀ ਸੀ, ਕਹਿੰਦੇ ਕਿ ਭਾਈ ਸਾਡੀ ਥੋੜੀ ਹੋਰਾਂ ਦੀ ਤਾਂ ਛੱਡੋ, ਘੱਟੋ ਘੱਟ ਅਕਾਲੀ ਦਲ, ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਇੰਨਾ ਕਹਿ ਦੇਵੇ ਕਿ ਅਸੀਂ ਹੁਣ ਮੁੜ ਕੇ ਕਦੇ ਬੀਜੇਪੀ ਨਾਲ ਸਾਂਝ ਨਹੀਂ ਪਾਵਾਂਗੇ, ਸੰਗਤ 'ਚ ਤੁਸੀਂ ਤਾਂ ਸੱਚੇ ਹੋ ਜਾਓ, ਕਹਿੰਦੇ ਸਾਨੂੰ ਤਾਂ ਛੱਡੋ, ਸਹੀ ਹੈ ਕਿ ਆ ਜਾਓ, ਇਹ ਕਰਕੇ ਦੇਖ ਲਓ। ਤੇ ਜਥੇਦਾਰਾਂ 2 ਤਰੀਕ ਵਾਲੇ ਫੈਸਲੇ ਮੰਨਣ ਤੋਂ ਕੌਣ ਹਟਿਆ? RSS ਦੇ ਕਹਤੇ ਹਟੇ ਬਾਦਲ। ਫਿਰ ਉਹ ਕਹਿੰਦੇ ਕਿ ਜਿਸ ਸਾਰੇ ਪਿੱਛੇ ਜਥੇਦਾਰਾਂ ਨੂੰ ਹਟਾਉਣਾ ਕਿਵੇਂ ਆ, ਗਿਆਨੀ ਰਘਵੀਰ ਸਿੰਘ ਉਹਨਾਂ ਨੂੰ, ਇਹ ਵੀ RSS ਨੇ ਕਰਾਇਆ ਕਹਿੰਦੇ। ਸੋ ਇਸ ਲਈ ਕਹਿੰਦੇ ਦੱਸੇ ਹੁਣ ਕੁਲਦੀਪ ਸਿੰਘ ਗੜਗੱਜ ਵੀ ਉਹਨਾਂ ਨੇ ਲਾਤਾ। ਫਿਰ ਉਹ ਕਹਿੰਦੇ ਇਹ ਇਸ ਤਰ੍ਹਾਂ ਨਹੀਂ ਹੈਗਾ ਕਿ ਤੁਸੀਂ ਹਰ ਚੀਜ਼ ਨੂੰ ਉਸ ਕਟੋਰੇ 'ਚ ਪਾ ਕੇ ਨਹੀਂ ਛੱਡ ਸਕਦੇ, ਪਰ ਕਿਤੇ ਨਾ ਕਿਤੇ ਹੁਣ ਬਾਬਾ ਧੂਮਾ ਹੋਰਾਂ ਵੱਲੋਂ ਸੱਦਿਆ ਗਿਆ ਇਕੱਠ, ਕਾਫੀ ਕੁਛ ਉਹਦੇ ਵਿੱਚੋਂ ਜਿਹੋ ਜਿਹੇ ਫੈਸਲੇ ਆਉਣਗੇ ਉਹ ਦੇਖਣ ਵਾਲੀ ਗੱਲ। ਮੈਂ ਕਹਿੰਦਾ ਹੋ ਸਕਦਾ ਇਸ ਡਿਜ਼ਾਈਨ ਪਿੱਛੇ, ਪਰ ਕੀ ਪੂਰਾ ਸਿੱਖ ਸੰਗਠਨ, ਪੂਰੇ ਸੰਤ ਸਮਾਜ, ਪੂਰੀਆਂ ਸੰਪਰਦਾਵਾਂ ਸਾਰੀਆਂ ਉਹਨਾਂ ਨੇ ਕੰਟਰੋਲ ਕਰ ਲਈਆਂ ਕਿ ਸਾਰੀਆਂ ਉਹਨਾਂ ਦੀ ਬੋਲੀ ਬੋਲਣਗੀਆਂ? ਇਸ ਲਈ ਮੈਨੂੰ 14 ਤਰੀਕ ਦਾ ਇੰਤਜ਼ਾਰ ਕਰਨਾ ਚਾਹੀਦਾ, ਉਸ ਤੋਂ ਬਾਅਦ ਕਾਫੀ ਕੁਝ ਸਾਫ਼ ਹੋਊਗਾ। ਪਰ ਬਾਦਲ ਦਲ ਲਈ ਮੁਸ਼ਕਲਾਂ ਹੁਣ ਵੱਧਦੀਆਂ ਨਜ਼ਰ ਆ ਰਹੀਆਂ, ਖਾਸ ਕਰਕੇ ਹੋਲੇ ਮਹੱਲੇ ਦੇ ਇਕੱਠ ਦੇ ਮੌਕੇ ਨਵੇਂ ਜਥੇਦਾਰ ਸਾਹਿਬਾਨਾਂ ਲਈ ਵੀ ਚੁਣੌਤੀਆਂ ਹੋਣਗੀਆਂ। ਜੀ, ਆਪਾਂ ਕੱਲ ਹੀ ਇਹ ਗੱਲ ਕਰ ਰਹੇ ਸੀਗੇ ਸ਼ਰਮਾ ਜੀ ਕਿ ਜਦੋਂ ਜਥੇਦਾਰ ਸਾਹਿਬਾਨ ਨੂੰ ਲਾਇਆ ਜਾਂਦਾ ਸੀ, ਜਦੋਂ ਉਹਨਾਂ ਦੀ ਤਾਜਪੋਸ਼ੀ ਹੁੰਦੀ ਸੀ, ਤਾਂ ਬਕਾਇਦਾ ਸਾਰੀਆਂ ਸੰਪਰਦਾਵਾਂ, ਜਥੇਬੰਦੀਆਂ, ਹੋਰ ਜਿਹੜੀਆਂ ਜਥੇਬੰਦੀਆਂ ਸੀ ਉਹ ਆਉਂਦੀਆਂ ਸੀਗੀਆਂ, ਉਸ ਦੇ ਵਿੱਚ ਸ਼ਾਮਲ ਹੁੰਦੀਆਂ ਸੀਗੀਆਂ। ਪਰ ਕਿਵੇਂ ਸਾਰਾ ਕੁਛ ਤਾਰ-ਤਾਰ ਹੋਇਆ, ਉਹਦੇ ਤੇ ਆਪਾਂ ਕੱਲ ਵੀ ਬੜੀ ਡਿਟੇਲ ਚਰਚਾ ਕੀਤੀ ਸੀ। ਦੇਖਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਇਹਦੇ ਤੇ ਕੀ ਹੁੰਦਾ, ਤੇ ਕੀ ਵਾਕਈ ਜਿਹੜਾ ਚੈਲੰਜ ਹਰਪ੍ਰੀਤ ਸਿੰਘ ਹੋਰਾਂ ਨੇ ਕੀਤਾ ਹੈ ਕਿ ਅਕਾਲੀ ਦਲ ਦੇ ਵਿੱਚ ਇੰਨੀ ਕੁ ਬੈਕਬੋਨ ਬਚੀ ਹੈ ਵੀ ਉਸ ਚੈਲੰਜ ਨੂੰ ਐਕਸੈਪਟ ਕਰ ਲੈਣਗੇ। ਉਹ ਕਹਿਣਗੇ ਕਿ ਨਹੀਂ ਕਰਦੇ ਅਸੀਂ, ਪਰ ਉਹ ਵਿੱਚੋਂ ਤਾਂ ਬੰਦੇ ਕਈ ਉਦਾਂ ਹੀ ਕਾਲੀ ਸੀਗੇ, 2 ਦਸੰਬਰ ਤੋਂ ਬਾਅਦ ਹੀ, ਕੁਝ ਦਿਨਾਂ ਬਾਅਦ ਹੀ ਐਕਟਿਵ ਹੋ ਗਏ ਸੀਗੇ ਵੀ ਆਪਾਂ ਭਾਜਪਾ ਦੇ ਨਾਲ ਦੁਬਾਰਾ ਤੋਂ ਗੱਠਜੋੜ ਕਰਕੇ। ਇਸ ਗੱਲ ਦਾ ਭਾਜਪਾ ਨੂੰ ਵੀ ਪਤਾ ਵੀ ਜੇ ਪੇਂਡੂ ਖੇਤਰਾਂ ਦੇ ਵਿੱਚ ਤੁਸੀਂ ਉਤਰਨਾ ਤਾਂ ਤੁਹਾਨੂੰ ਅਕਾਲੀ ਦਲ ਦਾ ਸਾਥ ਚਾਹੀਦਾ ਹੈ। ਇਸ ਗੱਲ ਦਾ ਅਕਾਲੀ ਦਲ ਨੂੰ ਵੀ ਪਤਾ ਵੀ ਉਹਨਾਂ ਦਾ ਸਿਆਸੀਦਾਰ, ਹਾਂ, ਕਿਹੜਾ ਅਕਾਲੀ ਦਲ ਜੀ, ਇਹ ਵੀ ਸਵਾਲ ਖੜਾ ਹੈ ਵੀ ਕਿਹੜਾ ਅਕਾਲੀ ਦਲ। ਉਹ ਪੇਂਡੂ ਵੋਟ ਨੂੰ ਵੰਡਣ ਦਾ ਵੀ ਕੰਮ ਕਰ ਰਿਹਾ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਇੱਕ ਦੋ ਅਕਾਲੀ ਦਲ ਤਾਂ ਉਹਨਾਂ ਨੇ ਖੜੇ ਕੀਤੇ ਹੋਈ ਹੈ ਨਾ। ਹਾਂਜੀ ਹਾਂਜੀ, ਬਿਲਕੁਲ ਸਹੀ, ਬਿਲਕੁਲ। ਇਸ ਲਈ ਉਹਨਾਂ ਨੂੰ ਇਹ ਹੈ ਕਿ ਜੇ ਪੇਂਡੂ ਵੋਟ ਵੰਡ ਹੋ ਜਾਵੇ, ਸਾਡਾ ਸ਼ਾਇਦ ਸ਼ਹਿਰੀ ਵੋਟਾਂ ਨਾਲ ਗੁਜ਼ਾਰਾ ਹੋ ਜਾਵੇ। ਹਾਂਜੀ ਹਾਂਜੀ, ਬਿਲਕੁਲ। ਉਧਰ ਜਿਹੜੇ ਜਥੇਦਾਰ ਸਾਹਿਬ ਦੀ ਤਾਜਪੋਸ਼ੀ ਦੇ ਉੱਤੇ ਜਾਂ ਬਾਦਲਾਂ ਵੱਲੋਂ ਜਿਸ ਤਰੀਕੇ ਦਾ, ਸ਼੍ਰੋਮਣੀ ਕਮੇਟੀ ਵੱਲੋਂ ਜਿਸ ਤਰੀਕੇ ਦਾ ਫੈਸਲਾ ਲਿਆ ਗਿਆ, ਜਿਨ੍ਹਾਂ ਦੇ ਉੱਤੇ ਬਹੁਤ ਜ਼ਿਆਦਾ ਕਿੰਤੂ ਹੋ ਰਿਹਾ, ਜਿਨ੍ਹਾਂ ਦੀ ਅਹੁਦੇ ਨੂੰ ਲੈ ਕੇ ਜਾਂ ਜਿਨ੍ਹਾਂ ਦੀ ਹੁਣ ਤਾਜਪੋਸ਼ੀ ਹੋਣੀ ਉਹਨਾਂ ਨੂੰ ਲੈ ਕੇ, ਜਥੇਦਾਰ ਗੜਗੱਜ ਉਹਨਾਂ ਨੇ ਇੱਕ ਸੰਗਤ ਮੂਹਰੇ ਬੜੀ ਸਪਸ਼ਟ ਜੀ ਗੱਲ ਕਹੀ ਹੈ। ਉਹ ਕਹਿੰਦੇ ਵੀ ਜਦੋਂ ਤੁਹਾਨੂੰ ਲੱਗਿਆ ਦੱਸ ਦਿਓ, ਜਦੋਂ ਤੁਹਾਨੂੰ ਲੱਗਿਆ ਗਲਤ ਹੈ, ਇਹ ਚੀਜ਼ ਗਲਤ ਹੈ, ਮੈਂ ਛੱਡ ਦੇਵਾਂਗਾ ਸਾਰਾ ਕੁਝ। ਅਸਲ 'ਚ ਕੀ ਹੈ ਪ੍ਰਵੀਨ ਜੀ, ਕਿ ਜਦੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਆ ਕੇ 2:52 ਤੇ ਬਿਨਾਂ ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਹੀ ਮੱਥਾ ਟੇਕਿਆ, ਸਰੋਪਾਏ ਲਏ, ਤੇ ਇੱਕ ਚੱਲ ਰਹੇ ਅਖੰਡ ਪਾਠ ਸਾਹਿਬ 'ਚ ਜਾ ਕੇ ਦਸਤਾਰ ਲਈ ਤੇ ਜੀ ਸੇਵਾ ਸੰਭਾਲ ਹੋ ਗਈ। ਉਸ ਪ੍ਰਕਿਰਿਆ ਤੇ ਜਦੋਂ ਸਵਾਲ ਉੱਠੇ ਤਾਂ ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਨੇੜਲਿਆਂ ਨੇ
ਜਾਂ ਸ਼੍ਰੋਮਣੀ ਕਮੇਟੀ ਨੇ ਹੂੰ ਜਾਂ ਹੋਰਨਾਂ ਉਹਨਾਂ ਦੇ ਸਮਰਥਕਾਂ ਨੇ ਇੱਕ ਇਹ ਪ੍ਰਚਾਰ ਸ਼ੁਰੂ ਕੀਤਾ ਕਿ ਵੀ ਕੁਲਦੀਪ ਸਿੰਘ ਗੜਗੱਜ ਦੇ ਖਿਲਾਫ ਇੱਕ ਮੁਹਿੰਮ ਚਲਾਈ ਜਾ ਰਹੀ ਹੈ, ਠੀਕ ਇਹ ਹੈ ਮਨਜ਼ੂਰ ਨਹੀਂ ਕੀਤੇ ਜਾ ਰਹੇ ਜੀ। ਪ੍ਰਵੀਨ ਜੀ, ਕੁਲਦੀਪ ਸਿੰਘ ਗੜਗੱਜ ਹੋਰਾਂ ਦੇ ਉੱਤੇ ਸਵਾਲ ਨਹੀਂ, ਹਾਂਜੀ ਸਵਾਲ ਜਥੇਦਾਰਾਂ ਦੀ ਨਿਯੁਕਤੀ ਤੇ ਜਥੇਦਾਰਾਂ ਦੀ ਹਟਾਉਣ ਦੀ ਪ੍ਰਕਿਰਿਆ ਤੇ। ਹੂੰ ਜੇਕਰ ਕੁਲਦੀਪ ਸਿੰਘ ਗੜਗੱਜ ਦੀ ਥਾਂ ਕੋਈ ਹੋਰ ਲਾਇਆ ਹੁੰਦਾ, ਸਵਾਲ ਤਾਂ ਵੀ ਇਹੀ ਰਹਿੰਦਾ ਕਿ ਇਹ ਲਾਉਣ ਦਾ ਤਰੀਕਾ ਕਿਹੜਾ ਹੈ, ਇਹ ਲਿਆਉਣ ਦਾ ਤਰੀਕਾ ਕਿਹੜਾ ਹੈ, ਇਹ ਉਹਨਾਂ ਦੀ ਤਾਜਪੋਸ਼ੀ ਦਾ ਤਰੀਕਾ ਕਿਹੜਾ ਹੈ। ਸਵਾਲ ਤਾਂ ਮਰਿਆਦਾ ਦਾ ਹੋ ਰਿਹਾ ਨਾ ਕਿ ਵਿਅਕਤੀ ਵਿਸ਼ੇਸ਼ ਦਾ ਹੋ ਰਿਹਾ। ਸਹੀ ਬਿਲਕੁਲ। ਸੋ ਇਸ ਲਈ ਉਹਦੇ ਵਿੱਚ ਹਾਂ ਕੁਲਦੀਪ ਸਿੰਘ ਗੜਗੱਜ ਹੋਰੀ ਆਪਣੀ ਕਾਰਜਸ਼ੈਲੀ ਦੇ ਨਾਲ ਕਿਵੇਂ ਥਾਂ ਬਣਾਉਂਦੇ ਨੇ, ਉਹਨਾਂ ਕੋਲ ਮੌਕਾ ਹੈਗਾ ਅਜੇ। ਤੇ ਇਸੇ ਚ ਉਹਨਾਂ ਨੇ ਗੱਲ ਕਹੀ ਹੈ ਕਿ ਅਜੇ ਮੈਨੂੰ ਕੰਮ ਤਾਂ ਕਰ ਲੈਣ ਦਿਓ। ਸੋ ਉਹ ਸਵਾਲ ਉਹਨਾਂ ਦੇ ਕੰਮ ਕਰਨ ਤੇ ਜਾਂ ਕੁਝ ਨਹੀਂ ਹੈ। ਜਿਸ ਤਰ੍ਹਾਂ ਦੀ ਪਰੰਪਰਾ, ਰਵਾਇਤ, ਸਿਧਾਂਤ ਤੁਰੇ ਆ ਰਹੇ ਸੀ, ਜਿਸ ਤਰ੍ਹਾਂ ਦੇ ਜਲਾਉ ਦੇ ਵਿੱਚ ਜਥੇਦਾਰਾਂ ਨੂੰ ਲਿਆਂਦਾ ਜਾਂਦਾ ਸੀ, ਜਥੇਦਾਰਾਂ ਨੂੰ ਪੇਸ਼ ਕੀਤਾ ਜਾਂਦਾ ਸੀ, ਉਹ ਜਲਾਉ ਇਸ ਵਾਰ ਖਾਰਜ ਹੋ ਗਿਆ। ਤੇ ਉਹਦੇ ਲਈ ਕੌਣ ਜ਼ਿੰਮੇਵਾਰ ਆ ਫਿਰ? ਜੀ ਹਾਂ, ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਉਦਣ ਵੀ ਕਿਹਾ ਸੀਗਾ ਕਿ ਫਿਕਰ ਨਾ ਕਰੋ, ਜੋ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਅਗਵਾਈ ਹੇਠ ਉਸ ਪ੍ਰਕਾਸ਼ ਦੇ ਵਿੱਚ, ਉਸ ਸਿਧਾਂਤ ਦੇ ਪ੍ਰਕਾਸ਼ ਦੇ ਵਿੱਚ ਹੁਕਮਨਾਮੇ ਹੋਏ ਨੇ, ਉਹਨਾਂ ਨਾਲ ਕੋਈ ਛੇੜਖਾਨੀ ਨਹੀਂ ਹੋਊਗੀ। ਇਹ ਵੀ ਉਹਨਾਂ ਨੇ ਸੰਗਤ ਮੂਹਰੇ ਰੱਖਿਆ। ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੀ ਭਰਤੀ ਮਹਿਮ ਵਾਲੀ ਕਮੇਟੀ ਆ, ਉਹਦੀ ਸਮੀਖਿਆ ਵੀ ਹੋਊਗੀ। ਭਰਤੀ ਮਹਿਮ ਵਾਲੀ ਕਮੇਟੀ ਵੀ ਤਾਂ ਉਸੇ 2 ਤਰੀਕ ਦੇ ਫੈਸਲਿਆਂ 'ਚ ਬਣੀ ਸੀ, ਉਸੇ ਹੁਕਮਨਾਮੇ ਦਾ ਹਿੱਸਾ ਸੀ। ਫਿਰ ਇਹ ਦੋਹਰਾ ਸਟੈਂਡ, ਇਹਦੇ ਉੱਤੇ ਸਵਾਲ ਤਾਂ ਆਊਗਾ ਨਾ। ਫਿਰ ਦੂਸਰੇ ਪਾਸੇ ਹੁਣ ਜਿਸ ਤਰ੍ਹਾਂ ਦਾ ਮਸਲਾ ਹੈ, ਉਹ ਮਸਲਾ ਮੂਹਰੇ ਚੁਣੌਤੀ ਬਣਿਆ ਹੋਇਆ। ਉਹ ਲਗਾਤਾਰ ਕੁਝ ਖਾਸ ਘਰਾਂ 'ਚ ਜਾ ਕੇ ਖੁਦ ਦਸਤਾਰਾਂ ਲੈ ਰਹੇ ਨੇ, ਹੈ ਨਾ। ਤੇ ਹੁਣ ਆਪ ਹੀ ਉਹ ਕਹਿ ਰਹੇ ਨੇ ਕਿ ਕੋਈ ਗੱਲ ਨਹੀਂ, ਜੇਕਰ ਸੰਗਤ ਨੂੰ ਲੱਗਿਆ ਕਿ ਮੈਂ ਸਹੀ ਨਹੀਂ ਕਰ ਰਿਹਾ ਜਾਂ ਮੇਰੇ 'ਚ ਕੋਈ ਕਮੀ ਦਿਖੀ, ਗਲਤੀ ਲੱਗੀ, ਮੈਨੂੰ ਦੱਸ ਦਿਓ, ਮੈਂ ਉਸੇ ਦਿਨ ਛੱਡ ਦੂੰਗਾ। ਤੇ ਜਿਹੜਾ ਵੀ ਨਵਾਂ ਜਥੇਦਾਰ ਆਊਗਾ ਉਹਨੂੰ ਮੈਂ ਦਸਤਾਰ ਦੇ ਕੇ ਆਊਂਗਾ, ਮੈਂ ਉਹਦੀ ਦਸਤਾਰ ਭੇਟ ਕਰਕੇ ਉਹਦਾ ਸਨਮਾਨ ਕਰੂੰਗਾ ਕਿ ਮੈਨੂੰ ਕੋਈ ਉਹ ਨਹੀਂਗਾ, ਮੈਂ ਉਦਣੇ ਪਰੇ ਹੋ ਜਾਵਾਂਗਾ। ਇਸ ਪਹਿਲੂ ਨੂੰ ਆਧਾਰ ਬਣਾ ਕੇ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਜਿਹੜਾ ਇਹ ਕਹਿਣਾ ਚਾਹੁੰਦੇ ਨੇ ਕਿ ਮੇਰੇ ਤੇ ਭਰੋਸਾ ਕਰਕੇ ਦੇਖੋ, ਹੋ ਸਕਦਾ ਮੈਂ ਹੀ ਮਤਲਬ ਕਿ ਤਾਰਨਹਾਰ ਬਣ ਜਾਵਾਂ ਕੌਮ ਦੇ ਮਸਲਿਆਂ ਦਾ। ਜਦੋਂ ਕਿ ਸਾਰੇ ਕਹਿੰਦੇ ਕਿ ਸਰਨਾ ਹੋਰਾਂ ਵੱਲੋਂ ਲਵਾਇਆ ਗਿਆ ਜੀ ਤੇ ਬਾਦਲਾਂ ਨੇ ਆਪਣੇ ਕੰਮ ਕਰਾਉਣੇ ਆ ਜੀ, ਹੈਨਾ। ਮੈਂ ਕਹਿੰਦਾ ਇਹ ਸਾਰੇ ਅਜੇ ਠੀਕ ਹੈ, ਇੰਤਜ਼ਾਰ ਹੋਣਾ ਚਾਹੀਦਾ। ਪਰ ਜਿਹੜਾ ਸਵਾਲ ਲਿਆਉਣ ਤੇ ਲਾਉਣ ਦਾ, ਉਹਦਾ ਜਵਾਬ ਕੌਣ ਦਊਗਾ? ਜੀ ਸ਼੍ਰੋਮਣੀ ਕਮੇਟੀ ਦਊਗੀ, ਅੰਤਰਿੰਗ ਕਮੇਟੀ ਦਊਗੀ, ਹੈਨਾ, ਜਾਂ ਜਿਹੜੇ ਇਲਾਕੇ ਆਏ ਉਹ ਦੇਣਗੇ। ਕਿ ਹੁਣ ਤਾਂ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਕਹਿਤਾ ਕਿ ਜੇ ਕੋਈ ਗਲਤੀ ਹੋ ਗਈ ਮੈਨੂੰ ਦੱਸ ਦਿਓ। ਜਦੋਂ ਸ਼ੁਰੂਆਤ ਹੀ ਗਲਤੀ ਤੋਂ ਹੋਈ ਆ, ਤੁਸੀਂ ਉਸ ਸਮੇਂ ਟੋਕਿਆ ਜੀ। ਸਹੀ ਹੈ, ਬਿਲਕੁਲ। ਤੁਸੀਂ ਉਸ ਸਮੇਂ ਐਸਜੀਪੀਸੀ ਨੂੰ ਕਿਹਾ ਕਿ ਵੋਟ ਤੁਸੀਂ ਗੁਰੂ ਘਰ ਦੇ ਬਾਹਰ 10 ਵਜੇ ਦਾ ਲਾਇਆ ਵਾ, 11 ਵਜੇ ਦਾ ਲਾਇਆ ਵਾ, ਤੇ ਮੈਨੂੰ ਤੁਸੀਂ 2 ਵਜੇ ਮੱਥੇ ਟਿਕਾਈ ਜਾਂਦੇ। ਤੁਸੀਂ ਕਿਹਾ ਉਹਨਾਂ ਨੂੰ, ਤੁਸੀਂ ਉਸ ਸਮੇਂ ਕਿਹਾ ਕਿ ਆਹ ਕਿਹੜੀ ਮਰਿਆਦਾ, ਇੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਨਹੀਂ ਹੈਗਾ। ਐਸਜੀਪੀਸੀ ਨੇ, ਇਹਨਾਂ ਦੇ ਨੁਮਾਇੰਦਿਆਂ ਨੇ ਬਕਾਇਦਾ ਫੋਟੋਆਂ ਜਾਰੀ ਕੀਤੀਆਂ ਕਿ ਆਹ ਦੇਖੋ ਜੀ, ਪ੍ਰਚਾਰਿਆ ਜਾ ਰਿਹਾ ਕਿ ਜੀ ਇੱਥੇ ਤਾਂ ਜੀ ਸ਼ਸਤਰਾਂ ਦਾ ਵੀ ਅਜੇ ਸੁਸ਼ੋਭਿਤ ਨਹੀਂ ਸੀਗਾ, ਦੇਖੋ ਸ਼ਸਤਰ ਪਏ। ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਕਰ ਰਹੇ, ਜੀ ਗੁਰੂ ਸਾਹਿਬ ਦੇ ਪ੍ਰਕਾਸ਼ ਦੀ ਗੱਲ ਨਹੀਂ ਕਰ ਰਹੇ। ਤੇ ਆਪਾਂ ਗਿਆਨੀ ਰਘੁਵੀਰ ਸਿੰਘ ਦੇ ਹਵਾਲੇ ਨਾਲ ਗੱਲ ਕੀਤੀ ਹੈ ਕਿ ਉਹ ਹੈੱਡ ਗ੍ਰੰਥੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ, ਉਹਨਾਂ ਨੇ ਮਰਿਆਦਾ ਦਾ ਜੋ ਵਿਖਿਆਨ ਕੀਤਾ, ਆਪਾਂ ਉਹ ਸੰਗਤ ਦੇ ਸਾਹਮਣੇ ਰੱਖਿਆ। ਆਪਾਂ ਉਦੋਂ ਵੀ ਗੱਲ ਕਰ ਰਹੇ ਸੀਗੇ ਕਿ ਠੀਕ ਹੈ, ਤੁਸੀਂ ਸੁਧਾਰ ਲਹਿਰ ਵਾਲੇ ਨੂੰ ਵਿਰੋਧੀ ਮੰਨ ਕੇ ਚੱਲਦੇ ਹੋ, ਕੁਝ ਹੋਰ ਤੇ ਨਾਮ ਵਿਰੋਧੀ ਹੋਣਗੇ, ਆਪਾਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਟਿੱਪਣੀਆਂ ਨੂੰ ਵੀ ਪਰੇ ਰੱਖਦੇ ਹਾਂ। ਪਰ ਜਦੋਂ ਗਿਆਨੀ ਰਘੁਵੀਰ ਸਿੰਘ ਹੋਰਾਂ ਨੇ ਕਿਹਾ ਕਿ ਬਾਬਾ ਬੁੱਢਾ ਜੀ ਦੀ ਇਸ ਪਵਿੱਤਰ ਗੱਦੀ ਤੇ ਏਦਾਂ ਗੰਦੇ ਛੱਟੇ ਨਾ ਪਾਓ, ਤਾਂ ਫਿਰ ਉਹਨਾਂ ਨੂੰ ਕਿਉਂ ਕਹਿਣਾ ਪਿਆ ਵੀ ਇਹ ਗਿਆਨੀ ਰਘੁਵੀਰ ਸਿੰਘ ਹੋਰਾਂ ਨੂੰ? ਉਹ ਤਾਂ ਬੜੀ ਨਿਮਰਤਾ ਚ ਔਰ ਨਿਰਮਲ ਹੋ ਕੇ ਬੋਲਦੇ ਨੇ, ਇਹਦੇ ਤਾਂ ਕਿਸੇ ਨੂੰ ਸ਼ੱਕੇ ਸ਼ੋਭੇ ਨਹੀਂ ਗਏ। ਸੋ ਇਸ ਲਈ ਕੁਲਦੀਪ ਸਿੰਘ ਗੜਗੱਜ ਹੋਰਾਂ ਨੇ ਮੂੰਹ ਨੇਰੇ ਜਾਂ ਉਹਨਾਂ ਦੇ ਪ੍ਰੈਸ ਨੋਟ ਦੇ ਹਿਸਾਬ ਨਾਲ ਐਸਜੀਪੀਸੀ ਦੇ ਅੰਮ੍ਰਿਤ ਵੇਲੇ ਦਸਤਾਰਬੰਦੀ ਹੋ ਗਈ, ਸੇਵਾ ਸੰਭਾਲ ਲਈ। ਪਰ ਸਵਾਲ ਇਹ ਹੈ ਕਿ ਜਥੇਦਾਰ ਉਹ ਦਿਨ ਦੇ ਨੇ, ਰਾਤ ਦੇ ਨਹੀਂ ਹੈਗੇ। ਸਹੀ। ਸੋ ਕੌਮ ਦੇ ਸਾਹਮਣੇ ਦਿਨ ਚੜੇ ਵਿਚਰਨਾ ਪੈਣਾ। ਔਰ ਇਹ ਕਹਿਣਾ ਬਾਦਲ ਦਲ ਦਾ ਜਾਂ ਸੁੱਚਾ ਸਿੰਘ ਲੰਗਾਹ ਦਾ ਇਹ ਕਹਿਣਾ ਕਿ ਜੀ ਮਤਲਬ ਇਹ ਤਾਂ ਚੜ੍ਹਦੀ ਕਲਾ ਦਾ ਜੀ, ਇਹ ਤਾਂ ਜਾਣ ਕੇ ਵਿਰੋਧੀ ਭੰਡਦੇ ਨੇ ਜੀ ਸਾਨੂੰ, ਹੈ ਨਾ, ਤੇ ਇਸ ਲਈ ਅਜਿਹਾ ਕੁਛ ਨਹੀਂ ਗਾ ਜੀ, ਅਸੀਂ ਤਾਂ ਖੂਨੀ ਟਕਰਾਅ ਟਾਲ ਲਿਆ ਜੀ। ਜਿਹੜਾ ਰੋਜ਼ ਦਾ ਖੜਾ ਕਲੇਸ਼ ਨੂੰ ਡਰ, ਉਹਦਾ ਨਿਪਟਾਰਾ ਕੌਣ ਕਰੂਗਾ ਜੀ? ਕੌਣ ਕਰੂਗਾ? ਤੇ ਖਾਸ ਕਰਕੇ ਇਹ ਦਿਨ ਜਦੋਂ 15 ਤਰੀਕ ਨੂੰ ਮਹੱਲਾ ਵੀ ਸਜਣਾ ਔਰ ਕੌਮ ਦੇ ਨਾਮ ਖੁੱਲੇ ਮੈਦਾਨ 'ਚ ਖੜ ਕੇ ਸਿੰਘ ਸਾਹਿਬ ਜਿਹੜੇ ਹੁਣ ਨਵੇਂ ਜਥੇਦਾਰ ਬਣੇ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ, ਕੁਲਦੀਪ ਸਿੰਘ ਗੜਗੱਜ, ਉਹਨਾਂ ਨੇ ਕੌਮ ਦੇ ਨਾਮ ਸੰਦੇਸ਼ ਵੀ ਦੇਣਾ। ਫਿਕਰ ਤਾਂ ਉਸ ਦਿਨ ਦਾ ਖੜਾ, ਉਹ ਕੌਮ ਦੇ ਮੂਹਰੇ ਇੱਕ ਨਵਾਂ ਫਿਕਰ ਖੜਾ। ਤੇ ਉੱਥੇ ਸੰਗਤ ਜਿਸ ਤਰ੍ਹਾਂ ਆਈ ਹੋਊਗੀ, ਉੱਥੇ ਉਹਨਾਂ ਦੇ ਆਪਣੇ ਬਲਬਲੇ ਕੀ ਨੇ, ਕਿਹੇ ਜਿਹੇ ਨੇ,
ਜਾਂ ਉਹਨਾਂ ਬਲਬਲਿਆਂ ਨਾਲ ਕੋਈ ਉਹਦੇ ਖੇਡ ਬਾਰੇ ਜਾਂਦਾ ਹੈ, ਕੋਈ ਵਰਤ ਜਾਂਦਾ ਹੈ, ਇਹ ਸਾਰੇ ਸਵਾਲ ਖੜੇ ਨੇ। ਜੀ ਜੀ ਸਹੀ ਹੈ। ਤੋ ਪਰਮਾਤਮਾ ਮੂਹਰੇ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਅਮਨ ਅਮਾਨ ਨਾਲ ਇਹ ਤਿਉਹਾਰ, ਸਾਡਾ ਕੌਮੀ ਤਿਉਹਾਰ ਜਿਹੜਾ ਹੋਲੇ ਮਹੱਲੇ ਦਾ, ਉਹ ਸੰਪੰਨ ਹੋਵੇ, ਹੈ ਨਾ। ਪਰ ਇਹ ਮਸਲਿਆਂ ਨੂੰ ਗੰਭੀਰਤਾ ਨਾਲ ਲੈਣਾ ਪਏਗਾ, ਔਰ ਜੇਕਰ ਇਹ ਇਤਿਹਾਸ ਦੇ ਪੰਨਿਆਂ 'ਚ ਜਿਵੇਂ ਦਰਜ ਹੋ ਰਹੇ ਨੇ, ਇਹ ਬਾਦਲ ਪਰਿਵਾਰ ਦੇ ਲਈ ਔਰ ਮੌਜੂਦਾ ਸ਼੍ਰੋਮਣੀ ਕਮੇਟੀ ਦੇ ਨੁਮਾਇੰਦਿਆਂ ਦੇ ਲਈ ਕਾਲੇ ਦਿਨਾਂ ਦੇ ਰੂਪ 'ਚ ਲਿਖੇ ਜਾਣਗੇ। ਇਸ ਲਈ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਅਸੀਂ ਮਰਿਆਦਾ ਦਾ ਘਾਣ ਕਿਉਂ ਕਰਦੇ ਜਾ ਰਹੇ ਹਾਂ। ਇੱਕ ਗਲਤੀ ਲੁਕਾਉਣ ਦੇ ਲਈ ਉੱਪਰ ਦੀ ਦੂਜੀ ਗਲਤੀ ਲੁਕਾਉਣ ਦੇ ਲਈ ਤੀਜੀ ਗਲਤੀ। ਸੋ ਇੱਕ ਘੜਾ ਤੁਸੀਂ 2 ਤਰੀਕ ਨੂੰ ਆਪਣਾ ਮਤਲਬ ਭੰਨਣ ਗਏ ਸੀ, ਤੇ ਇੱਕ ਹੋਰ ਘੜਾ ਤੁਸੀਂ ਭਰ ਲਿਆ ਆਪਣਾ। ਅਸਲ ਦੇ ਵਿੱਚ ਗੱਲਾਂ ਨੂੰ ਨਾ ਟੇਢਾ ਮੋੜ ਦਿੱਤਾ ਜਾ ਰਿਹਾ। ਗੱਲ ਇਹ ਨਹੀਂ ਕਿ ਕੋਈ ਬੰਦਾ ਪਰਫਾਰਮ ਕਿਵੇਂ ਕਰੇਗਾ, ਉਹ ਕਿਹੋ ਜਿਹੇ ਫੈਸਲੇ ਲਏਗਾ। ਗੱਲ ਇਹ ਹੈ ਕਿ ਉਹ ਆਇਆ ਵਿਧੀ ਵਿਧਾਨ ਕੀ ਮਰਿਆਦਾ ਦੇ ਮੁਤਾਬਕ ਹੈ। ਮਸਲਾ ਤਾਂ ਇੰਨਾ ਕੁ ਹੈ। ਪਰ ਤੁਸੀਂ ਦੇਖੋ ਵੀ ਇਸ ਚੀਜ਼ ਨੂੰ ਢੱਕਣ ਕੱਜਣ, ਇਹਦੇ ਤੇ ਪਰਦਾਪੋਸ਼ੀ ਕਰਨ ਦੇ ਲਈ ਕਿੰਨਾ ਕੁਛ ਹੈ ਜਿਹੜਾ ਉਹ ਫੈਲਾਇਆ ਜਾ ਰਿਹਾ, ਜਾਂ ਕਿੰਨੀਆਂ ਜਿਹੜੀਆਂ ਸੱਚਾਈਆਂ ਨੇ ਉਹ ਲੋਕਾਂ ਨੂੰ ਅਖੌਤੀ ਰੂਪ ਦੇ ਵਿੱਚ, ਸੱਚਾਈਆਂ ਤਾਂ ਚਲੋ ਨਹੀਂ ਹੈਗੀਆਂ, ਦੱਸਣ ਦੀ ਕੋਸ਼ਿਸ਼ ਹੋ ਰਹੀ ਹੈ। ਖੈਰ ਤੁਸੀਂ ਵਧੀਆ ਇੱਕ ਸੌ-ਹੱਥ ਰੱਸਾ ਸਿਰੇ ਤੇ ਗੰਢ ਕਰ ਹੀ ਦਿੱਤੀ ਵੀ ਜੇਕਰ ਉਹਨਾਂ ਨੇ ਇਤਰਾਜ਼ ਹੀ ਪ੍ਰਗਟਾਉਣਾ ਸੀ ਤਾਂ ਜਦੋਂ ਤਾਜਪੋਸ਼ੀ ਹੋ ਰਹੀ ਸੀ ਉਹਦੀ ਕਹਿ ਸਕਦੇ ਸੀਗੇ ਕਿ ਬਈ ਇਹ ਤਾਂ ਗਲਤ ਹੈ। ਅਗਲੀ ਗੱਲ ਕਰੀਏ ਆਪਾਂ, ਅਗਲਾ ਮਸਲਾ ਵਿਚਾਰੀਏ ਸ਼ਰਮਾ ਜੀ, ਪੰਜਾਬ ਦੇ ਵਿੱਚ ਬੈਠਕਾਂ ਦੇ ਦੌਰ ਦਾ। ਕਹਿੰਦੇ ਪੰਜਾਬ ਦੇ ਵਿੱਚ ਬੈਠਕਾਂ ਦੀ ਇਸ ਟਾਈਮ ਹਨੇਰੀ ਚੱਲ ਰਹੀ ਹੈ। ਕੋਈ ਊਠਕ ਬੈਠਕ ਕਿਸ ਤਰ੍ਹਾਂ ਦੀ ਹੁੰਦੀ ਹੈ ਸਿਆਸੀ ਤੌਰ ਤੇ, ਧਾਰਮਿਕ ਤੌਰ ਤੇ ਤਾਂ ਗੱਲ ਵੱਖਰੀ ਹੈ, ਪਰ ਬੈਠਕਦਾਰ ਬੈਠਕ ਲਾ ਸਿਆਸੀ ਗਲਿਆਰਿਆਂ ਤੋਂ ਲਾ ਪੰਥਕ ਹਲਕਿਆਂ ਦੇ ਵਿੱਚ ਬੈਠਕਾਂ ਦਾ ਦੌਰ ਲਗਾਤਾਰ ਜਾਰੀ। ਪ੍ਰਵੀਨ ਜੀ, ਮੌਸਮ ਵਿਭਾਗ ਦੀ ਜਾਣਕਾਰੀ ਹੈ ਕਿ 2-3 ਦਿਨ ਪੰਜਾਬ 'ਚ ਨਾ ਹਨੇਰੀ ਚੱਲੂਗੀ, ਤੇਜ਼ ਹਵਾਵਾਂ ਚੱਲਣਗੀਆਂ, ਮੀਂਹ ਵੀ ਪੈ ਸਕਦਾ, ਗੜੇਮਾਰੀ ਪੈ ਸਕਦੀ। ਹਾਂਜੀ। ਸੋ ਉਹ ਮੌਸਮ ਵਿਭਾਗ ਦੀ ਜਾਣਕਾਰੀ। ਪਰ ਇੱਧਰ ਸਿਆਸਤ ਦੇ ਵਿਹੜੇ 'ਚ ਵੀ ਮਤਲਬ ਬੈਠਕਾਂ ਦੀ ਹਨੇਰੀ ਆ, ਤੇ ਇਹਨਾਂ ਬੈਠਕਾਂ ਦੇ ਵਿੱਚ ਗੜੇਮਾਰੀ ਵੀ ਹੋ ਸਕਦੀ ਹੈ, ਤੇ ਕਈ ਸਿਆਸੀ ਫਸਲਾਂ ਦਾ ਨੁਕਸਾਨ ਵੀ ਹੋ ਸਕਦਾ, ਇਹ ਵੀ ਸੰਭਾਵਨਾ ਬਣੀ। ਹਾਂ, ਜਿਹੜੀ ਗੱਲ ਤੁਸੀਂ ਕਰ ਰਹੇ ਹੋ ਕਿ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਵੱਖੋ-ਵੱਖ ਪਹਿਲੂਆਂ ਤੋਂ ਬੈਠਕਾਂ ਨੇ। ਵੈਸੇ ਰੂਟੀਨ ਦੇ ਵਿੱਚ ਜੇਕਰ ਤੁਸੀਂ ਝਾਤ ਮਾਰੋ ਤਾਂ ਸਰਕਾਰਾਂ 'ਚ ਵੀ ਬੈਠਕਾਂ ਹੁੰਦੀਆਂ ਨੇ, ਪ੍ਰਸ਼ਾਸਨ 'ਚ ਵੀ ਬੈਠਕਾਂ ਹੁੰਦੀਆਂ ਨੇ, ਇਹਨਾਂ ਅਫਸਰਸ਼ਾਹੀ ਦੀ ਵੀ ਜ਼ਿਲ੍ਹਾ ਪੱਧਰ ਤੇ ਡੀਸੀਆਂ ਵੀ, ਐਸਡੀਐਮ ਦੀਆਂ ਬੈਠਕਾਂ ਹੁੰਦੀਆਂ ਨੇ, ਸੰਸਥਾਵਾਂ ਦੀਆਂ ਵੀ ਬੈਠਕਾਂ ਹੁੰਦੀਆਂ ਨੇ, ਸੰਗਠਨਾਂ ਦੀਆਂ ਵੀ ਹੁੰਦੀਆਂ ਨੇ, ਸੰਪਰਦਾਵਾਂ ਦੀ, ਉਹ ਬੈਠਕਾਂ ਰੂਟੀਨ 'ਚ ਚੱਲਦੀਆਂ ਨੇ। ਪਰ ਸਾਰੀਆਂ ਬੈਠਕਾਂ ਨੋਟਸ 'ਚ ਨਹੀਂ ਆਉਂਦੀਆਂ। ਸਾਰੀਆਂ ਬੈਠਕਾਂ ਨੂੰ ਤੁਸੀਂ ਨੋਟਸ ਨਹੀਂ ਲੈਣਾ ਹੁੰਦਾ, ਉਹ ਖਬਰਾਂ ਦਾ ਹਿੱਸਾ ਨਹੀਂ ਬਣਦੀਆਂ। ਬਿਲਕੁਲ। ਪਰ ਹੁਣ ਜਿਹੜੀਆਂ ਮੈਂ ਦੇਖ ਰਿਹਾ, ਸਾਰੀਆਂ ਖਬਰਾਂ ਦਾ ਹਿੱਸਾ ਨੇ। ਅੱਜ 13 ਤਰੀਕ ਹੈ, 13 ਮਾਰਚ ਹੈ ਜੀ। ਜਦੋਂ ਆਪਾਂ ਇਹ ਪ੍ਰੋਗਰਾਮ ਆਪਣੇ ਸਰੋਤਿਆਂ ਤੱਕ ਪੇਸ਼ ਕਰ ਰਹੇ ਹਾਂ, ਤੇ ਉਧਰ ਪੰਜਾਬ ਦੇ ਕੈਬਨਿਟ ਮੰਤਰੀ ਆਪਣੀ ਮਤਲਬ ਦਸਤਾਰਾਂ ਬੰਨ ਕੇ, ਜੈਕਟ ਪਾ ਕੇ, ਆਪਣੇ ਕਰੀਜ ਵਾਲੇ ਕੱਪੜੇ ਪਾ ਕੇ ਤਿਆਰ ਹੋ ਕੇ ਸੀਐਮ ਸਾਹਿਬ ਦੇ ਘਰ ਨੂੰ ਜਾਣਗੇ। ਠੀਕ ਹੈ, ਅੱਛਾ। ਕਿਉਂਕਿ ਅੱਜ ਕੱਲ ਜਿਹੜੇ ਕਹਿੰਦੇ ਸੀਗੇ ਕਿ ਕੋਠੀਆਂ ਚੋਂ ਹੀ ਪੰਜਾਬ ਚੱਲਦਾ, ਉਹ ਆਪ ਵੀ ਕੋਠੀ ਚ ਕੈਬਨਿਟ ਦੀ ਬੈਠਕਾਂ ਕਰਦੇ ਨੇ। ਇੱਕ ਅੱਧੀ ਬੈਠਕ ਮਸਾਂ ਸਕੱਤਰੇਤ ਆ ਕੇ ਕੀਤੀ ਆ। ਸੋ ਅੱਜ 13 ਤਰੀਕ ਨੂੰ ਪੰਜਾਬ ਕੈਬਨਿਟ ਦੀ ਬੈਠਕ, ਤੇ ਉਹ ਮੁੱਖ ਮੰਤਰੀ ਸਾਹਿਬ ਦੇ ਘਰੇ ਹੋਣੀ ਆ। ਠੀਕ ਹੈ। ਤੇ ਇਸ ਬੈਠਕ ਦੇ ਵਿੱਚ ਠੀਕ ਹੈ, ਅੱਧਾ ਮਾਰਚ ਤੁਸੀਂ ਲੰਘਾ ਲਿਆ, ਅੱਜ 13 ਤਰੀਕ ਨੂੰ ਆਪਾਂ ਗੱਲ ਕਰ ਰਹੇ ਹਾਂ। ਮਾਰਚ ਜਾਂ ਬਜਟ ਸੈਸ਼ਨ ਹੋਣਾ, ਇਹ ਵੀ ਇਹਦਾ ਡਰਾਮਾ ਹੀ ਹੋਣਾ। 2-3 ਦਿਨ ਦਾ ਬਜਟ ਸੈਸ਼ਨ ਕਰਕੇ ਉਹਨਾਂ ਨੇ ਉਹ ਜਾਣਾ। ਸੋ ਅੱਜ ਉਹਦੀ ਤਰੀਕਾਂ ਦਾ ਫੈਸਲਾ ਹੋ ਸਕਦਾ। 1-2 ਫੈਸਲੇ ਕੋਈ ਹੋਰ ਵੀ ਹੋ ਸਕਦੇ ਆ। ਹੋ ਸਕਦਾ ਕਿ ਬੀਬੀਆਂ ਨੂੰ 1100 ਰੁਪਇਆ ਦੇਣ ਵਾਲੀ ਪ੍ਰਕਿਰਿਆ ਤੇ ਵੀ ਕੋਈ ਅੱਗੇ ਵਧਿਆ ਜਾਵੇ, ਕਿਉਂਕਿ ਦਿੱਲੀ 'ਚ ਬੀਜੇਪੀ ਨੇ ਸ਼ੁਰੂ ਕਰਤਾ ਇਹ ਕੰਮ ਤੇ ਉਹਦੇ ਉੱਤੇ ਆਮ ਆਦਮੀ ਪਾਰਟੀ ਸਵਾਲ ਵੀ ਖੜੇ ਕਰ ਰਹੀ ਹੈ ਕਿ ਲਟਕਾ ਰਹੇ ਹੋ ਤੁਸੀਂ। ਅਗਲੇ ਕਹਿੰਦੇ ਸਾਨੂੰ ਤਾਂ ਮਹੀਨਿਆਂ ਬੱਧੀ ਪੁੱਛੀ ਜਾਂਦੇ ਹੋ, ਤੁਹਾਡੇ 3 ਸਾਲ ਹੋ ਗਏ ਪੰਜਾਬ, ਤੁਸੀਂ ਕਿੰਨੇ ਕੁ ਦੇਤੇ। ਸੋ ਇਸ ਲਈ ਹੋ ਸਕਦਾ ਹੁਣ ਰਹਿ ਵੀ 2 ਸਾਲ ਗਏ, ਹੁਣ ਉੱਧਰ ਨੂੰ ਵੀ ਤੁਰਨਾ ਪੈਣਾ। ਸੋ ਇੱਕ ਤਾਂ 13 ਤਰੀਕ ਨੂੰ ਅੱਜ ਪੰਜਾਬ ਕੈਬਨਿਟ ਦੀ ਬੈਠਕ ਹੈ ਜੀ, ਜਿਹੜੀ ਨੋਟਸ ਲੈਣੇ ਬਣਦਾ ਜਿਹੜੀ ਬੈਠਕ ਦਾ। ਦੂਸਰੀ ਜੀ, ਕਾਂਗਰਸੀ ਬੜਾ ਰੌਲਾ ਪਾਉਂਦੇ ਰਹੇ ਨੇ ਕਿ ਜੀ ਇਹ ਹਾਈ ਕਮਾਂਡ ਕਲਚਰ ਜੀ, ਕੇਜਰੀਵਾਲ ਉੱਥੇ ਸੱਦ ਲੈਂਦਾ ਜੀ, ਆਹ ਹੁੰਦਾ ਜੀ। ਅੱਜ ਆਪ ਵੀ ਸਾਰੇ ਦਿੱਲੀ ਨੂੰ ਗਏ ਹੋਏ ਨੇ। ਸੋ ਅੱਜ ਉੱਥੇ ਬਘੇਲ ਜੀ ਹੋਰਾਂ ਨੇ ਰਾਹੁਲ ਗਾਂਧੀ ਨਾਲ ਖੜਗੇ ਨਾਲ ਬਿਠਾ ਕੇ ਇਹਨਾਂ ਦੀ ਬੈਠਕ ਕਰਾਉਣੀ, ਕਿਉਂਕਿ ਇੱਥੋਂ ਕੱਲੇ ਦਾ ਰਿਪੋਰਟ ਕਾਰਡ ਤਿਆਰ ਕਰਕੇ ਲੈ ਗਏ। ਸੋ ਹੁਣ ਉਹ ਜਿਵੇਂ ਪੇਰੈਂਟਸ ਮੀਟਿੰਗ 'ਚ ਫਿਰ ਰਿਪੋਰਟ ਕਾਰਡ ਵੰਡੇ ਜਾਂਦੇ ਆ ਨਾ, ਸੋ ਉਵੇਂ ਉੱਥੇ ਰਿਪੋਰਟ ਕਾਰਡ ਵੰਡੇ ਜਾਣੇ। ਅੱਜ ਫਿਰ ਕਿਹਨੂੰ ਲਾਲ ਐਂਟਰੀ ਮਿਲਦੀ ਹੈ ਤੇ ਕਿਹਦਾ ਗੁੱਡ ਬੱਚਾ ਲਿਖਿਆ ਜਾਂਦਾ, ਹੁਣ ਉੱਥੇ ਪਤਾ ਲੱਗਣਾ। ਅੱਜ ਸਾਰੇ ਕਾਂਗਰਸੀ ਇਕੱਠੇ ਕੀਤੇ ਆ। ਅਸਲ 'ਚ ਕਾਂਗਰਸੀਆਂ ਕੋਲ ਵੀ ਨਾ ਹੁਣ ਬਘੇਲ ਦੇ ਸਿਰ ਦੇ ਉੱਤੇ, ਜਦੋਂ ਬਘੇਲ ਸਾਹਿਬ ਆਏ ਸੀਗੇ ਇੱਥੇ, ਬੜੇ ਗੁਲਦਸਤੇ ਦਿੱਤੇ ਉਹਨਾਂ ਨੂੰ, ਬੜਾ ਜੀ ਆਇਆ ਕਿਹਾ, ਸਾਰੇ ਨੇੜੇ ਦਿਖਾਉਣ ਦੀ। ਸੋ ਬਘੇਲ ਸਾਹਿਬ ਕੱਲੇ ਰਿਪੋਰਟ ਕਾਰਡ ਨਹੀਂ ਲੈ ਕੇ ਗਏ, ਨਾਲ ਕਾਂਗਰਸ ਦੇ ਐਮਐਲਏਆਂ ਦੀ ਪੰਡ ਬੰਨ ਕੇ ਵੀ ਸਿਰ ਤੇ ਰੱਖ ਕੇ ਲੈ ਗਏ ਕਿ ਭਾਈ ਆਹ ਤੁਹਾਡੇ ਲੀਡਰ ਨੇ ਜਿਹੜੇ ਸਾਰੇ ਹੀ ਮੁੱਖ ਮੰਤਰੀ ਨੇ। ਸੋ ਮੁੱਖ ਮੰਤਰੀਆਂ ਦੀ ਪੰਡ ਖਾਸੀ ਭਾਰੀ ਆ ਕਾਂਗਰਸੀਆਂ ਕੋਲ। ਹੁਣ ਉਹ ਸ਼ਾਇਦ ਉੱਥੇ ਜਾ ਕੇ ਰਾਹੁਲ ਗਾਂਧੀ ਦੇ ਕੋਲ ਖੁੱਲੇ ਤੇ ਪਤਾ ਲੱਗੇ ਬਈ ਕਿਹਨੂੰ ਕੀ ਕਰਨਾ, ਕਿਉਂਕਿ ਹੁਣ ਸਾਰੇ ਪ੍ਰਧਾਨ ਬਣਨਾ ਚਾਹੁੰਦੇ ਆ।
ਤੇ ਉਹ ਕਹਿੰਦੇ ਕਿ ਪ੍ਰਧਾਨ ਹੀ ਦਾਅਵੇਦਾਰ ਹੁੰਦਾ ਹੈ ਮੁੱਖ ਮੰਤਰੀ ਦੇ ਚਿਹਰੇ ਵਜੋਂ। ਸੋ ਇਸ ਲਈ ਕਾਂਗਰਸੀ ਬਹੁਤ ਕਾਹਲ ਚ ਨੇ ਸਰਕਾਰ ਬਣਾਉਣ ਲਈ ਤੇ ਮੁੱਖ ਮੰਤਰੀ ਬਣਨ ਲਈ। ਕੰਮ ਧਰਾਤਲ ਤੇ ਕੋਈ ਨਹੀਂ, ਕੰਮ ਧਰਾਤਲ ਤੇ ਕੋਈ ਨਹੀਂ, ਸਹੀ ਹੈ। ਹਾਂ, ਬਿਲਕੁਲ ਹੁਣ ਇਹਨਾਂ ਦੇ ਵਿੱਚੋਂ ਮਤਲਬ ਕਿ ਇਹ ਵੀ ਹੈਗਾ, ਮੈਨੂੰ ਯਾਦ ਹੈ ਇੱਕ ਵਾਰ ਸ਼ਮਸ਼ੇਰ ਸਿੰਘ ਦੁੱਲੋਂ ਪ੍ਰਧਾਨ ਸੀ ਤੇ ਕੈਪਟਨ ਅਮਰਿੰਦਰ ਨੇ ਬਹੁਤ ਜ਼ੋਰ ਲਾਇਆ ਕਿ ਉਹ ਕਹਿੰਦੇ ਨਾ ਨਾ ਅਸੀਂ ਇਹ ਚਿਹਰਾ ਨਹੀਂ ਬਦਲਣਾ, ਇਹਦਾ ਗਲਤ ਮੈਸੇਜ ਆ ਸਕਦਾ, ਤੁਹਾਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਾ ਦਿੰਦੇ ਆ, ਬਾਅਦ ਚੋਂ ਮੁੱਖ ਮੰਤਰੀ ਬਣ ਜਾਓ। ਸੋ ਇਹ ਨਹੀਂ ਪਤਾ ਕਿ ਰਾਜਾ ਵੜਿੰਗ ਨੂੰ ਨਾ ਹੀ ਬਦਲਣ, ਅਗਲੇ ਕਹਿਣਗੇ ਚਲੋ ਇੱਕ ਜਿਹਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਉਹਨੂੰ ਪ੍ਰਚਾਰ ਕਮੇਟੀ ਦਾ ਮੁਖੀ ਲਾ ਦਿਓ। ਜਾਂ ਹੋ ਸਕਦਾ ਬੀਜੇਪੀ ਨੇ ਦਿੱਲੀ 'ਚ ਜਿਹੜਾ ਫਾਰਮੂਲਾ ਅਪਣਾਇਆ ਸੀਗਾ, ਕਿਸੇ ਚਿਹਰੇ ਨੂੰ ਮੂਹਰੇ ਨਾ ਕੀਤਾ, ਸਾਰਿਆਂ ਨੂੰ ਮੁੱਖ ਮੰਤਰੀ ਦਾ ਥਾਪੜਾ ਦੇ ਕੇ ਤੋਰੀ ਰੱਖੋ ਕਿ ਚਲੋ ਵੀ ਜਿੱਤ ਕੇ ਆਓ ਪਹਿਲਾਂ ਫਿਰ ਗੱਲ ਕਰਾਂਗੇ, ਇਸ ਲਈ ਫਿਰ ਸ਼ਾਇਦ ਇੱਕ ਦੂਜੇ ਦੀ ਕਾਟ ਕੋਈ ਘੱਟ ਕਰੇ, ਹਨਾ, ਇਹ ਪ੍ਰਕਿਰਿਆ ਵੀ ਹੈਗੀ ਹੈ। ਸੋ ਇਹ ਅੱਜ ਦੀ ਬੈਠਕ ਖਾਸੀ ਅਹਿਮ ਰਹਿਣ ਵਾਲੀ ਹੈ ਕਾਂਗਰਸ ਦੀ। ਉਹਦੇ ਵਿੱਚੋਂ ਨਿਕਲੂਗਾ ਕੀ ਇਹ ਪਤਾ ਨਹੀਂ ਗਾ, ਕਿਉਂਕਿ ਕਈ ਵਾਰ ਇਹ ਦਹੀਂ ਦੀ ਥਾਂ ਪਾਣੀ ਉਹ ਰੜਕ ਲੈਂਦੇ ਹੁੰਦੇ। ਹਾਂਜੀ ਬਿਲਕੁਲ, ਨਿਕਲਦਾ ਕੁਝ ਨਹੀਂ ਹੁੰਦਾ ਇਹਨਾਂ ਦੀ ਬੈਠਕਾਂ ਚੋਂ। ਚਲੋ 13 ਤਰੀਕ ਤੋਂ ਬਾਅਦ 14 ਤਰੀਕ ਹੈ ਜੀ। 14 ਤਰੀਕ ਨੂੰ ਬਾਬਾ ਹਰਨਾਮ ਸਿੰਘ ਧੂਮਾਲੀ ਆਪਾਂ ਗੱਲੇ ਕਰਕੇ ਉਹਨਾਂ ਨੇ ਪੰਥਕ ਖੱਟ ਸੱਦਿਆ। ਸੋ ਉਹ ਬੈਠਕਾਂ ਪਹਿਲਾਂ ਬੈਠਕਾਂ ਵੀ ਕਰ ਰਹੇ ਨੇ। 13 ਦੀ ਰਾਤ ਨੂੰ ਵੀ ਉਹਨਾਂ ਨੇ ਕੁਝ ਬੰਦਿਆਂ ਨਾਲ ਬੈਠਕ ਰੱਖੀ ਹੈ, 14 ਦੀ ਸਵੇਰ ਨੂੰ ਬੈਠਕ ਰੱਖੀ, ਉਹ ਤੋਂ ਬਾਅਦ ਪੰਥਕ ਇਕੱਠ ਹੈ ਤੇ ਉਹਦੇ ਵਿੱਚ ਵੀ ਚਰਚਾ ਹੋਣੀ ਹੈ। ਫਿਰ ਉਹ ਤੋਂ ਬਾਅਦ 16 ਤਰੀਕ ਨੂੰ ਹੋ ਸਕਦਾ ਕੋਈ ਬੈਠਕ ਹੋਵੇ ਜੀ, ਮੇਰੇ ਰਿਕਾਰਡ 'ਚ ਨਾ ਹੋਵੇ, ਚਲੋ ਆਪਾਂ 16 ਜੇ ਛੱਡ ਵੀ ਲਈਏ। 17 ਤਰੀਕ ਨੂੰ SGPC ਦੀ ਅੰਤਰਿੰਗ ਕਮੇਟੀ ਦੀ ਵੀ ਬੈਠਕ ਹੈ ਤੇ 17 ਤਰੀਕ ਨੂੰ ਇਹ ਅਕਾਲੀ ਦਲ ਦੀ ਆਪਣੀ ਕੋਰ ਕਮੇਟੀ ਦੀ ਜਿਹੜੀ ਵਰਕਿੰਗ ਉਹਨਾਂ ਦੀ ਬੈਠਕ। ਸੋ ਇਸ ਲਈ 17 ਤਰੀਕ ਵੀ ਬਹੁਤ ਅਹਿਮ ਰਹਿਣ ਵਾਲਾ ਹੈ। ਫਿਰ ਜੇਕਰ ਆਪਾਂ ਗੱਲ ਕਰੀਏ ਮਤਲਬ ਕਿ 18 ਤਰੀਕ ਨੂੰ ਕੇਜਰੀਵਾਲ ਜੀ ਲੁਧਿਆਣੇ ਦੇ ਵਿੱਚ ਚੋਣ ਰੈਲੀ ਤਾਂ ਕਰਨਗੇ ਹੀ ਕਰਨਗੇ। ਉਹ ਤੋਂ ਪਹਿਲਾਂ ਲੁਧਿਆਣੇ ਦੇ ਆਪਣੇ ਲੀਡਰਾਂ ਵਰਕਰਾਂ ਨਾਲ ਉੱਥੇ ਬੈਠਕ ਕਰਨ ਜਾ ਰਹੇ ਨੇ, ਕਿਉਂਕਿ ਉਹਨਾਂ ਨੇ ਤਾਂ ਕੰਮ ਤੋਰ ਲਿਆ ਉੱਥੇ ਆਪਣਾ ਜਿਮਨੀ ਚੋਣ ਦਾ। ਜੇ ਚੋਣ ਐਲਾਨ ਵੀ ਨਹੀਂ ਹੋਈ, ਬਾਕੀ ਪਾਰਟੀਆਂ ਨੂੰ ਉਮੀਦਵਾਰ ਨੂੰ ਵੀ ਐਲਾਨੇ। ਸੋ ਉਸ ਦਿਨ ਕੇਜਰੀਵਾਲ 18 ਤਰੀਕ ਨੂੰ ਲੁਧਿਆਣਾ 'ਚ ਬੈਠਕ ਵੀ ਕਰਨਗੇ, ਜਿਸ 'ਚ ਭਗਵੰਤ ਮਾਨ ਵੀ ਨਾਲ ਰਹਿਣਗੇ। ਉਸ ਤੋਂ ਬਾਅਦ ਰੈਲੀ ਵੀ ਕਰਨਗੇ, ਜਿਸ 'ਚ ਭਗਵੰਤ ਮਾਨ ਰੋਡ ਸ਼ੋਅ ਟਾਈਪ ਕਰਨਗੇ, ਜਿਸ 'ਚ ਭਗਵੰਤ ਮਾਨ ਵੀ ਹਾਜ਼ਰ ਰਹਿਣਗੇ। ਉਸ ਤੋਂ ਬਾਅਦ ਹਸਪਤਾਲ ਦਾ ਦੌਰਾ ਵੀ ਕਰਨਗੇ ਕਿ ਲਓ ਜੀ ਸਰਕਾਰੀ ਹਸਪਤਾਲ ਦਾ ਕਾਇਆ ਕਲਪ ਕਰਤਾ ਸੀ, ਆਹ ਕਰਤਾ ਉਹ ਕਰਤਾ। ਸੋ ਉਦਣ ਉਹਨਾਂ ਦਾ ਚੋਣ ਪ੍ਰਚਾਰ ਸ਼ੁਰੂ ਹੋਣਾ, ਉਹ ਵੀ 18 ਤਰੀਕ ਨੂੰ ਹੈ। ਤੇ 19 ਤਰੀਕ ਨੂੰ ਕੇਂਦਰ ਨਾਲ ਖਨੌਰੀ ਤੇ ਸ਼ੰਭੂ ਵਾਲਿਆਂ ਦੀ ਬੈਠਕ ਹੈ। ਠੀਕ ਹੈ, ਅੱਛਾ। ਤਾਂ ਉਹ ਬੈਠਕ ਵੀ ਹੈ। ਇਹ ਸਭ ਦੇ ਦਰਮਿਆਨ ਸੁਖਬੀਰ ਬਾਦਲ ਜ਼ਿਲ੍ਹਾ ਪ੍ਰਧਾਨਾਂ ਨਾਲ, ਹੋਰ ਆਪਣੇ ਵਰਕਰਾਂ ਨਾਲ ਬੈਠਕਾਂ ਦਾ ਦੌਰ ਚਲਾ ਕੇ ਰੱਖਿਆ ਹੋਇਆ। ਸੁਧਾਰ ਲਹਿਰ ਵਾਲਿਆਂ ਨੇ ਆਪਣੇ ਪੱਧਰ ਤੇ ਬੈਠਕਾਂ ਦਾ ਦੌਰ ਚਲਾ ਕੇ ਰੱਖਿਆ ਹੋਇਆ ਹੈ ਨਾ। ਬਾਬਾ ਬੇਦੀ ਹੋਰਾਂ ਨੇ ਆਪਣੇ ਪੱਧਰ ਤੇ ਬੈਠਕਾਂ ਦਾ ਦੌਰ ਚਲਾ ਕੇ ਰੱਖਿਆ ਹੋਇਆ। ਸੋ ਇਹ ਪੰਥਕ ਪਹਿਲੂਆਂ ਨੂੰ, ਸਿਆਸੀ ਪਹਿਲੂਆਂ ਨੂੰ ਲੈ ਕੇ ਲਗਾਤਾਰ ਵੱਖੋ-ਵੱਖ ਧਿਰਾਂ ਆਪੋ ਆਪਣੀਆਂ ਬੈਠਕਾਂ ਕਰ ਰਹੀਆਂ ਨੇ। 5 ਮੈਂਬਰੀ ਕਮੇਟੀ ਅੱਜ ਕੱਲ੍ਹ ਆਨਲਾਈਨ ਬੈਠਕਾਂ ਬੁਟਕਾਂ ਦੇ ਰਾਹੀਂ 18 ਤਰੀਕ ਦੀ ਭਰਤੀ ਪ੍ਰਕਿਰਿਆ ਲਈ ਲੱਗੀ ਹੈ। 18 ਤਰੀਕ ਤੋਂ ਭਰਤੀ ਮੁਹਿੰਮ ਵੀ ਸ਼ੁਰੂ ਹੋਣੀ ਹੈ। ਸੋ ਉਹ ਵੀ ਹੈ। ਸੋ ਇਸ ਲਈ ਪੰਜਾਬ 'ਚ ਬੈਠਕਾਂ ਤੇ ਉਥਲ ਪੁਥਲ ਤੇ ਦੌਰ ਬੈਠਕ ਖੂਬ ਚੱਲ ਰਹੀ ਆ। ਸੋ ਦੇਖਦੇ ਹਾਂ ਜੀ ਇਹਨਾਂ 'ਚੋਂ ਹੱਲ ਕੋਈ ਹੁੰਦਾ ਪੰਜਾਬ ਦਾ ਮਸਲਾ ਕਿ ਨਹੀਂ। ਹਾਂਜੀ ਬਿਲਕੁਲ, ਤੁਸੀਂ ਕਾਂਗਰਸੀਆਂ ਦੀ ਗੱਲ ਕਰ ਰਹੇ ਸੀਗੇ। ਇਹਨਾਂ ਦਾ ਉਹ ਹਾਲ ਹੋ ਜਾਂਦਾ ਕਈ ਵਾਰੀ, ਆਪਦੀਆਂ ਕੱਛ 'ਚ ਤੇ ਦੂਜੇ ਦੀਆਂ ਸੱਥ 'ਚ। ਪੰਜਾਬੀ ਦੀ ਅਖਾਣ ਆ ਨਾ ਕਿ ਦੂਜੇ ਨੂੰ ਕਹੀ ਜਾਣਾ ਹਾਈਕਮਾਨ ਕਲਚਰ, ਆਪ ਸਭ ਤੋਂ ਜ਼ਿਆਦਾ ਨਿਰਭਰ ਨੇ ਹਾਈਕਮਾਨ ਦੇ ਉੱਤੇ। ਜਿਹੜੀ ਦੂਜੀ ਤੁਸੀਂ ਗੱਲ ਕੀਤੀ ਹੈ ਸ਼ਰਮਾ ਜੀ ਕਿ ਬੈਠਕ ਦਰ ਬੈਠਕ, ਕੋਈ ਦੌਰ ਸੀ ਪੰਜਾਬ ਦੇ ਵਿੱਚ ਜਦੋਂ ਕੋਈ ਬੈਠਕ ਹੁੰਦੀ ਸੀ ਤਾਂ ਦਿੱਲੀ ਦੇ ਵਿੱਚ ਉਹਦੀ ਚਰਚਾ ਹੁੰਦੀ ਸੀ ਕਿ ਪੰਜਾਬੀ ਕੀ ਕਰਨ ਜਾ ਰਹੇ। ਮੋਰਚਿਆਂ ਦਾ ਦੌਰ ਸੀ, ਮੰਗਾਂ ਦਾ ਦੌਰ ਸੀ, ਰਾਜ ਦੇ ਲਈ, ਲੋਕਾਂ ਦੇ ਲਈ, ਪਾਣੀਆਂ ਉੱਤੇ ਲੜਨ ਦੀ ਗੱਲ ਸੀ, ਰਾਜਧਾਨੀ ਦੀ ਗੱਲ ਸੀ। ਪਰ ਅੱਜ ਕੱਲ੍ਹ ਤਾਂ ਕੋਈ ਸੀਰੀਅਸ ਹੀ ਨਹੀਂ ਲੈਂਦਾ। ਉਹਨਾਂ ਨੂੰ ਪਤਾ ਹੈ ਕਿ ਇਹਨਾਂ ਦੇ ਮਸਲੇ ਹੋਰ ਨੇ। ਕਿਸਾਨਾਂ ਦੀ ਬੈਠਕ ਤੇ ਜ਼ਰੂਰ ਮਾੜਾ ਮੋਟਾ। ਹਾਂਜੀ, ਹੁਣ ਇਹ ਮੋਰਚੇ ਵਾਲੇ ਨਹੀਂ ਗੇ, ਹੁਣ ਇਹ ਟਵਿੱਟਰ ਵਾਲੇ ਨੇ। ਹਾਂਜੀ, ਬਿਲਕੁਲ ਸਹੀ ਹੈ, ਬਿਲਕੁਲ। ਹੁਣ ਇਹ ਟਵਿੱਟਰ ਤੇ ਲੜਾਈ ਲੜਦੇ ਨੇ, ਧਰਤੀ ਤੇ ਲੜਾਈ ਲੜਨ ਜੋਗੇ ਨਹੀਂ ਹੈਗੇ ਸਿਆਸਤ ਕਿਸੇ ਵੀ ਪਾਰਟੀ 'ਚ ਜਾਂਦਾ ਤੇ ਕਿਸੇ ਵੀ। ਹਾਂਜੀ ਬਿਲਕੁਲ, ਕਿਸਾਨਾਂ ਦੀ ਮੀਟਿੰਗ ਲਈ ਜ਼ਰੂਰ ਉਹ ਮਾੜੀ ਮੋਟੀ ਕੋਈ ਮੱਥਾ ਖਪਾਈ ਕਰਦੇ ਹੋਣਗੇ ਵੀ ਕਿ ਚਲੋ ਇਹਨਾਂ ਨੂੰ ਐਂ ਕਰ ਦਈਏ, ਐਂ ਟਾਲ ਦਈਏ, ਆਪਾਂ ਪਰਦਾ ਫਾਸ਼ ਹੋਣ ਤੋਂ ਆਪਾਂ ਹੀ ਬਚੇ ਰਵਾਂਗੇ, ਚਲੋ ਮੰਗਾ ਭਲਾ ਨਾ ਹੀ ਮੰਨਗੇ। ਪਰ ਫਿਰ ਵੀ ਉਹ ਹੋਰ ਤਾਂ ਕੋਈ ਬੈਠਕ ਮੈਨੂੰ ਲੱਗਦਾ ਨਹੀਂ ਦਿੱਲੀ ਦੇ ਲਈ ਕੋਈ ਬਾਹਲੀ ਵੱਡੀ ਸਿਰਦਰਦੀ ਹੈ। ਪੰਜਾਬ ਦੀਆਂ ਗੱਡੀਆਂ, ਪੰਜਾਬ ਦਾ ਹੀ ਤੇਲ, ਪੰਜਾਬ ਦੀਆਂ ਸੜਕਾਂ ਤੇ ਫੂਕ ਕੇ ਬਹਿ ਜਾਂਦੇ ਨੇ ਆਪਣੇ ਜਿਹੜੇ ਲੀਡਰ ਨੇ। ਅਗਲੀ ਗੱਲ ਕਰੀਏ ਸਾਹਿਤ ਦੀ। ਪੰਜਾਬ ਜਾਂ ਆਮ ਹੀ ਜਦੋਂ ਆਪਾਂ ਦੇਖਿਆ ਖਬਰਾਂ ਦੇ ਵਿੱਚੋਂ ਸਾਹਿਤ ਨਦਾਰਦਾ। ਆਪਾਂ ਇੱਕ ਦਿਨ ਪੰਨਿਆਂ ਦੀ ਗੱਲ ਕਰ ਰਹੇ ਸੀ ਨਾ, ਖੇਤੀ ਦੀ ਬੀਟ ਹੁੰਦੀ ਸੀ, ਪੇਂਡੂ ਬੀਟ ਹੁੰਦੀ ਸੀ, ਕਿਸਾਨੀ ਦੀ ਬੀਟ ਹੁੰਦੀ ਸੀ, ਉਹ ਸਾਰਾ ਕੁਝ ਖਤਮ ਹੋ ਗਿਆ। ਇਸੇ ਤਰ੍ਹਾਂ ਜਿਹੜਾ ਸਾਹਿਤ ਆ ਉਹਦਾ ਵੀ ਇੱਕ ਪੰਨਾ ਅਖਬਾਰਾਂ ਦੇ ਵਿੱਚ ਹੁੰਦਾ ਸੀਗਾ। ਬਹੁਤੀਆਂ ਅਖਬਾਰਾਂ ਨੇ ਤਾਂ ਅੱਜ ਕੱਲ੍ਹ ਚੱਕਤਾ, ਪਰ ਸਾਹਿਤ ਦੀ ਇੱਕ ਸਪੇਸ ਹੁੰਦੀ ਸੀ, ਇੱਕ ਥਾਂ ਹੁੰਦੀ ਸੀ। ਉਹ ਖਬਰਾਂ, ਉਹ ਚਰਚਾਵਾਂ ਅੱਜ ਕੱਲ੍ਹ ਨਦਾਰਦ ਨੇ ਮੀਡੀਆ ਦੇ ਵਿੱਚੋਂ। ਬੜੀ ਸੋਹਣੀ ਖਬਰ ਇੱਕ ਪੰਜਾਬ ਦੇ ਵਿੱਚੋਂ ਆ ਰਹੀ ਹੈ ਕਿ ਨੌਜਵਾਨ ਸਾਹਿਤਕਾਰਾਂ ਨੂੰ ਸੁਰਜੀਤ ਪਾਤਰ, ਜਿਹੜੇ ਕਿ ਬੜੇ ਮੰਨੇ ਪ੍ਰਮੰਨੇ ਸ਼ਾਇਰ ਹੋਏ ਨੇ, ਬੜੇ ਵੱਡੇ ਹਸਤਾਖਰ ਨੇ ਪੰਜਾਬੀ ਸ਼ਾਇਰੀ, ਪੰਜਾਬੀ ਸਾਹਿਤ ਦੇ ਵਿੱਚ, ਉਹ ਅਵਾਰਡ ਦਿੱਤਾ ਜਾਊਗਾ ਜੀ। ਬਿਲਕੁਲ ਜੀ, ਇੱਕ ਨਿਵੇਕਲੀ ਔਰ ਚੰਗੀ ਪਹਿਲਕਦਮੀ ਮੈਂ ਇਹਨੂੰ ਦੇਖਦਾ ਜੀ ਕਿ ਪਦਮ ਸ਼੍ਰੀ ਡਾਕਟਰ ਸੁਰਜੀਤ ਪਾਤਰ ਹੋਰਾਂ ਦੇ ਨਾਂ ਦੇ ਉੱਤੇ
ਨੌਜਵਾਨ ਸਾਹਿਤਕਾਰ ਨੂੰ ਹਰ ਸਾਲ ਇੱਕ ਪੁਰਸਕਾਰ ਦਿੱਤਾ ਜਾਣਾ, ਜੀ ਪਦਮ ਸ਼੍ਰੀ ਡਾਕਟਰ ਸਰਜੀਤ ਪਾਤਰ ਯਾਦਗਾਰੀ ਨੌਜਵਾਨ ਸਾਹਿਤਕਾਰ ਪੁਰਸਕਾਰ। ਠੀਕ ਹੈ ਜੀ ਤੋ ਇਹਦੇ ਲਈ 2024 ਦੇ ਸਨਮਾਨ ਲਈ ਐਪਲੀਕੇਸ਼ਨਾਂ ਜਾਂ ਅਰਜ਼ੀਆਂ ਦੀ ਮੰਗ ਕੀਤੀ ਗਈ ਆ। ਅਸਲ ਦੇ ਵਿੱਚ ਇਹ ਪੰਜਾਬ ਸਰਕਾਰ ਦਾ ਵੀ ਕਿਉਂ, ਮੁੱਖ ਮੰਤਰੀ ਭਗਵੰਤ ਮਾਨ ਦਾ ਨਿੱਜੀ ਉਪਰਾਲਾ ਹੈ ਜੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਪਦਮ ਸ਼੍ਰੀ ਡਾਕਟਰ ਸਰਜੀਤ ਪਾਤਰ ਹੋਰਾਂ ਦਾ ਕਾਫੀ ਰਿਗਾਰਡ ਕਰਦੇ ਸੀ, ਕਾਫੀ ਉਹਨਾਂ ਦਾ ਸਤਿਕਾਰ ਕਰਦੇ ਸੀ। ਉਹਨਾਂ ਦੀਆਂ ਸਤਰਾਂ ਵੀ ਬੋਲਦੇ ਰਹਿੰਦੇ ਸੀ ਅਕਸਰ। ਬਿਲਕੁਲ, ਉਹਨਾਂ ਦੀਆਂ ਸਤਰਾਂ ਵੀ ਅਕਸਰ ਕੋਟ ਕਰਦੇ ਨੇ, ਗੁਰਭਜਨ ਗਿੱਲ ਹੋਰਾਂ ਦੀਆਂ ਸਤਰਾਂ ਵੀ ਅਕਸਰ ਉਹ ਕੋਟ ਕਰਦੇ ਨੇ। ਸੋ ਜਦੋਂ ਇਸ ਦੁਨੀਆ ਤੋਂ ਤੁਰੇ ਪਾਤਰ ਸਾਹਿਬ ਤਦ ਉਹਨਾਂ ਦੀ ਅਰਥੀ ਨੂੰ ਮੋਢਾ ਦੇਣ ਵੀ ਤੇ ਬਾਕੀ ਰਸਮਾਂ 'ਚ ਵੀ, ਫਿਰ ਉਹਨਾਂ ਦੇ ਅੰਤਮ ਅਰਦਾਸ ਮੌਕੇ ਉਸ ਦਿਨ ਸੰਪੰਨ ਹੋਏ ਭੋਗ ਸਮਾਗਮ ਮੌਕੇ ਵੀ ਆਪਣੇ ਸੰਬੋਧਨ 'ਚ ਉਹਨਾਂ ਨੇ ਕਿਹਾ ਸੀਗਾ ਕਿ ਮੈਂ ਕੁਝ ਕਰਨਾ ਚਾਹੁੰਦਾ ਪਾਤਰ ਸਾਹਿਬ ਦੇ ਨਾਂ ਦੇ ਉੱਤੇ। ਤੇ ਉਹਦੇ ਵਿੱਚੋਂ ਇਹ ਪਹਿਲ ਕਦਮੀ ਮੈਨੂੰ ਲੱਗਦਾ ਉਪਜੀ ਆ। ਔਰ ਇਹਦੇ ਵਿੱਚ ਭਾਸ਼ਾ ਵਿਭਾਗ ਦਾ ਉਹਨਾਂ ਦੇ ਚੇਅਰਮੈਨ ਜਸਵੰਤ ਜਫਰ ਹੋਰਾਂ ਦਾ ਵੀ ਕਾਫੀ ਉਸਾਰੂ ਰੋਲ ਹੈ ਜਿਹੜਾ ਇਹ ਫੈਸਲਾ ਆਇਆ। ਕਿਉਂਕਿ ਦੇਖੋ, ਜੇਕਰ ਪਾਤਰ ਸਾਹਿਬ ਦੀ ਉਮਰ ਦਰਾਜ ਦੇ ਹਿਸਾਬ ਨਾਲ ਸਨਮਾਨ ਮਿਲਦਾ ਤਾਂ ਉਹ ਸੀਨੀਅਰਟੀ ਵਾਲਿਆਂ ਨੂੰ ਮਿਲਦਾ, ਤਾਂ ਸੀਨੀਅਰ ਨੂੰ ਮਿਲਦਾ ਹੈ ਨਾ, ਜਿਹੜੇ ਮਤਲਬ ਕਿ ਬਹੁਤ ਵੱਡੇ ਨਾਮੀ ਗ੍ਰਾਮੀ ਸਾਹਿਤਕਾਰ ਨੇ ਔਰ ਜਿਹੜੇ ਪਹਿਲਾਂ ਹੀ ਬਹੁਤ ਆਪਣੀ ਝੋਲੀਆਂ 'ਚ ਸਨਮਾਨ ਪਵਾ ਚੁੱਕੇ। ਸੋ ਇਸ ਲਈ ਨਵੇਂ ਸਾਹਿਤਕਾਰਾਂ ਨੂੰ ਪ੍ਰੇਰਿਤ ਕਰਨ ਲਈ, ਨੌਜਵਾਨ ਸਾਹਿਤਕਾਰਾਂ ਨੂੰ ਇਸ ਖੇਤਰ 'ਚ ਹੋਰ ਉਤਸ਼ਾਹਿਤ ਕਰਨ ਲਈ, ਚੰਗਾ ਪੜ੍ਹਨ, ਚੰਗਾ ਲਿਖਣ ਦੀ ਆਦਤ ਪਾਉਣ ਦੇ ਲਈ ਇਹ ਸਨਮਾਨ ਬਹੁਤ ਸਹਾਈ ਹੋ ਸਕਦਾ। ਜੀ ਜੀ ਸੋ ਇਹ ਤੈਅ ਹੋਇਆ ਜੀ ਕਿ ਜਿਹੜੇ ਸਾਹਿਤਕਾਰ, ਚਾਹੇ ਉਹ ਪੰਜਾਬ ਦੀ ਧਰਤੀ ਤੇ ਹੋਣ, ਚਾਹੇ ਉਹ ਵੱਖ-ਵੱਖ ਸੂਬਿਆਂ 'ਚ ਹੋਣ ਜਾਂ ਵਿਦੇਸ਼ 'ਚ ਵੀ ਕਿਤੇ ਵੀ ਹੋਣ, ਜਿਹੜੇ ਵੀ ਸਾਹਿਤਕਾਰ ਦੀ, ਪੰਜਾਬੀ ਸਾਹਿਤਕਾਰ ਦੀ 2024 ਦੇ ਵਿੱਚ ਮੌਲਿਕ ਪੁਸਤਕ ਆਈ ਆ ਹੈ ਨਾ, ਉਹ ਕਿਤਾਬ ਆਪਣੀ ਮਤਲਬ ਕਿ ਉਹਦੀਆਂ 4 ਕਾਪੀਆਂ ਉਹ ਭਾਸ਼ਾ ਵਿਭਾਗ ਨੂੰ 30 ਅਪ੍ਰੈਲ ਤੱਕ ਆਪਣੀ ਅਰਜ਼ੀ ਦੇ ਰੂਪ 'ਚ ਭੇਜੇ। ਬਸ ਇੰਨਾ ਕੀ ਹੈ ਕਿ ਉਹਦਾ ਸੰਬੰਧ ਕਿਸੇ ਨਾ ਕਿਸੇ ਯੂਨੀਵਰਸਿਟੀ ਕਾਲਜ ਦੇ ਦੌਰ 'ਚੋਂ ਰਿਹਾ ਹੋਵੇ, ਉਸ ਦੌਰ 'ਚੋਂ ਨਿਕਲ ਕੇ ਆਇਆ ਹੋਵੇ ਬੱਚਾ, ਤੇ 25 ਸਾਲ ਤੋਂ ਵੱਧ ਉਮਰ ਨਹੀਂ ਹੋਣੀ ਚਾਹੀਦੀ। ਠੀਕ ਹੈ। ਸੋ 25 ਸਾਲ ਤੱਕ ਵਾਲੇ ਨੌਜਵਾਨਾਂ ਨੂੰ ਇਹਦੇ 'ਚ ਰੱਖਿਆ। ਸੋ ਇਸ ਲਈ ਉਸ ਪ੍ਰਕਿਰਿਆ ਦੇ ਲਈ ਜਿਹੜੇ ਵੀ ਤੱਕ ਸੁਨੇਹਾ ਜਾਂਦਾ, ਉਹਨਾਂ ਨੂੰ ਬੇਨਤੀ ਹੈ ਕਿ ਉਹ ਭਾਸ਼ਾ ਵਿਭਾਗ ਨਾਲ ਜਾਂ ਉਹਨਾਂ ਦੀ ਵੈਬਸਾਈਟ ਤੇ ਜਾਂ ਉਹਨਾਂ ਦੇ ਸੰਪਰਕ ਤੇ ਤਾਲਮੇਲ ਕਰਨ ਤੇ ਆਪਣੀ ਕਿਤਾਬਾਂ ਦੀਆਂ 4 ਕਾਪੀਆਂ ਉਹਨਾਂ ਨੂੰ 30 ਅਪ੍ਰੈਲ ਤੱਕ ਭੇਜਣ ਤੇ ਨਾਲ ਅਰਜ਼ੀ ਭੇਜਣ। ਤੇ ਫਿਰ ਇੱਕ ਗੁਪਤ ਕਮੇਟੀ ਬਣੇਗੀ ਜੀ ਜਿਹੜੀ ਇਹਦੇ ਤੇ ਫੈਸਲਾ ਕਰੇਗੀ ਕਿ ਕਿਹਨੂੰ ਮਿਲਣਾ। ਸੋ ਇਹ ਪਹਿਲ ਕਦਮੀ ਕਾਬਲੇ ਤਾਰੀਫ ਹੈ ਔਰ ਇਹਦੇ ਲਈ ਪੰਜਾਬ ਸਰਕਾਰ ਤੇ ਭਾਸ਼ਾ ਵਿਭਾਗ ਵਧਾਈ ਦੀ ਪਾਤਰ ਹੈ। ਜੀ ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਜਾਂਦੇ ਇੱਕ ਜਾਣਕਾਰੀ ਜਿਹੜੀ ਤੁਹਾਡੇ ਸਾਰਿਆਂ ਦੇ ਨਾਲ ਸਾਂਝੀ ਕਰਦੇ ਚੱਲੀਏ। ਸੋਸ਼ਲ ਮੀਡੀਆ ਦਾ ਦੌਰ ਹੈ। ਪੰਜਾਬੀ ਰੇਡੀਓ USA ਦੇ ਬਹੁਤ ਸਾਰੇ ਸਰੋਤੇ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਪਲੇਟਫਾਰਮਸ ਦੇ ਉੱਤੇ ਉਹਨਾਂ ਨੇ ਲੌਗਇਨ ਕੀਤੇ ਹੋਏ ਨੇ, ਇੰਸਟਾਗ੍ਰਾਮ, ਟਿਕਟੌਕ ਤੇ ਇਹਦੇ ਨਾਲ ਟਵਿੱਟਰ ਦੇ ਉੱਤੇ। ਤੁਸੀਂ ਇਹਨਾਂ ਮੰਚਾਂ ਦੇ ਵਿੱਚੋਂ ਕਿਸੇ ਵੀ ਮੰਚ ਦੇ ਉੱਤੇ ਤੁਹਾਡਾ ਅਕਾਊਂਟ ਹੈ, ਪੰਜਾਬੀ ਰੇਡੀਓ USA ਤੁਹਾਨੂੰ ਉੱਥੇ ਜ਼ਰੂਰ ਮਿਲੇਗਾ। ਉਸ ਅਕਾਊਂਟ ਦੇ ਜ਼ਰੀਏ ਪੰਜਾਬੀ ਰੇਡੀਓ USA ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਹਰ ਇੱਕ ਅਹਿਮ ਜਾਣਕਾਰੀ ਤੁਹਾਡੇ ਮੋਬਾਈਲ ਸਕਰੀਨ ਤੱਕ ਆਪੜਦੀ ਹੋ ਸਕੇ। ਅਸੀਂ ਇੰਸਟਾਗ੍ਰਾਮ ਤੇ ਵੀ ਹਾਂ, ਅਸੀਂ ਟਿਕਟੌਕ ਤੇ ਵੀ ਹਾਂ, ਪੰਜਾਬੀ ਰੇਡੀਓ USA ਤੁਹਾਨੂੰ ਮਿਲੇਗਾ ਟਵਿੱਟਰ ਦੇ ਉੱਤੇ ਵੀ। ਇਸੇ ਤਰ੍ਹਾਂ ਪੰਜਾਬੀ TV USA ਦਾ ਜਿਹੜਾ YouTube ਚੈਨਲ ਹੈ, ਜਿਹੜਾ Facebook ਪੇਜ ਆ, ਉਹਨੂੰ ਵੀ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰ ਲਓ। ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।